ਗੁਰੂ ਜੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟ ਆਏ। संत सहाई जी के संत जहाई सहाई राम के कर कृपा दिया मिलाए। सेज सुहावी सर्ब सुख हुण दुखा नाहीं जाए। इश पुनी वड भागणी भर पाया हर राए। मिल सहिया मंगल गावही गीत गोबिंद अलाए। हर जेवा वर्ण दिसई कोई दूजा लवे न लाए। संसार सागर ते रखियन बौड़ न जन्मे धाए। जेवा एक अनेक गुण तरे नानक चरनी पाए। फल गुण नित सलाहिया जिसनु तिलना तमाए। थित्ती वार सेवे मुक्त गवार सतगुर बाजों अंध अंधार। थित्ती वार सेवै मुक्त गवार। वाहिगुरु जी का खालसा परम सत्कारयोग गुरु प्यारे गुरु सवारी साध संगत जीओ। अज फग्गण महीना आरंभ होया। ये देसी साल का आखिरी महीना है। इनू फागण भी कहिंदे ने, फग्गण भी कहिंदे ने, फलगुण भी कहिंदे ने। ਇਹ ਜਿਹੜੀ ਮਹੀਨਿਆਂ ਦੀ ਵੰਡ ਵਾ ਇਹ ਰੁੱਤਾਂ ਮੁਤਾਬਕ ਕੀਤੀ ਗਈ ਹੈ। ਜਿਸ ਤਰ੍ਹਾਂ ਹੁਣ ਪੁਰਾਣੇ ਪੱਤੇ ਝੜ ਰਹੇ ਆ ਨਾ ਤੇ ਨਵੇਂ ਪੱਤੇ ਆ ਰਹੇ ਆ, ਤੇ ਇਸ ਰੁੱਤ ਨੂੰ ਵੇਖ ਕੇ ਇਹਦਾ ਨਾਂ ਰੱਖਿਆ ਗਿਆ ਫਲ ਗੁਣ ਫੱਗਣ। ਜਦੋਂ ਕਿ ਪੱਤ ਝੜ ਖਤਮ ਹੋ ਰਹੀ ਆ ਤੇ ਬਸੰਤ ਬਹਾਰ ਆ ਰਹੀ ਆ, ਜਦੋਂ ਫਲ ਵੀ ਆ ਰਹੇ ਨੇ ਤੇ ਫੁੱਲ ਵੀ ਆ ਰਹੇ ਨੇ, ਉਸ ਫਲ ਤੇ ਫੁੱਲ ਦੇ ਸਮੇਂ ਨੂੰ ਕਿਹਾ ਗਿਆ ਫਲ ਗੁਣ ਫੱਗਣ। ਪਰ ਅਸੀਂ ਕਿਸੇ ਦਿਨ ਵਾਰ ਦੀ ਪੂਜਾ ਨਹੀਂ ਕਰਦੇ, ਕਿਉਂਕਿ ਗੁਰੂ ਕੀ ਬਾਣੀ ਦਾ ਵਾਕ ਹੈ ਕਿ ਥਿੱਤੀ ਸਤਿਗੁਰ ਬਾਝੋਂ ਅੰਧ ਅੰਧਾਰ ਥਿੱਤੀ ਵਾਰ ਸੇਵੇ ਮੁਗਧ ਗਵਾਰ। ਮਾਰ ਨੇ ਆਖਿਆ ਜਿਹੜਾ ਇਹਨਾਂ ਦਿਨਾਂ ਦੀ ਪੂਜਾ ਕਰਦਾ ਹੈ, ਕਿਉਂਕਿ ਧਰਤੀ ਉੱਤੇ ਬੜੇ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਆ, ਗ੍ਰਹਿ ਨਛੱਤਰਾਂ ਦੀ ਪੂਜਾ ਹੁੰਦੀ ਆ, ਦਿਨਾਂ ਦੀ ਪੂਜਾ ਹੁੰਦੀ ਆ, ਵਾਰਾਂ ਦੀ ਪੂਜਾ ਹੁੰਦੀ ਆ, ਸਮੇਂ ਦੀ ਪੂਜਾ ਹੁੰਦੀ ਆ। ਤੇ ਮਾਰ ਨੇ ਆਖਿਆ ਜਿਹੜਾ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਨਾ, ਗੁਰੂ ਅਮਰਦਾਸ ਮਹਾਰਾਜ ਦਾ ਇੱਕ ਬਚਨ ਆਉਂਦਾ ਕਿ ਸਤਿਗੁਰ ਬਾਝੋਂ ਅੰਧ ਅੰਧਾਰ। ਜਿਹਨੂੰ ਅਸੀਂ ਕਹਿੰਦੇ ਗੁਰ ਬਿਨ ਗਿਆਨ ਨਾ ਹੋਏ। ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ। ਤੇ ਗਿਆਨ ਕਾ ਬਾਧਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ। ਮਹਾਰਾਜ ਕਹਿੰਦੇ ਅਗਿਆਨੀ ਲੋਕ ਜਿਹੜੇ ਨੇ, ਬੇਸਮਝ ਲੋਕ ਜਿਹੜੇ ਨੇ, ਉਹ ਸੰਗਰਾਂਦਾਂ ਨੂੰ ਮਨਾਉਂਦੇ ਨੇ। ਮਹਾਰਾਜ ਨੇ ਤੇ ਉਸ ਨੂੰ ਮੂਰਖ ਤੇ ਗਵਾਰ ਕਹਿਤਾ, ਕਿਉਂਕਿ ਸੰਗਰਾਂਦ ਜਿਹੜਾ ਵਾ ਇਹ ਸੂਰਜ ਦੇਵਤੇ ਦੀ ਪੂਜਾ ਹੈ। ਅੱਜ ਸੰਕਰਾਂਤ ਵਾ, ਕ੍ਰਾਂਤੀ ਆਈ ਆ। ਸੂਰਜ ਇੱਕ ਰਾਸ ਵਿੱਚੋਂ ਦੂਸਰੀ ਰਾਸ ਵਿੱਚ ਗਿਆ ਹੈ। 12 ਰਾਸਾਂ ਨੇ ਨਾ,
ਇੱਕ ਰਾਸ ਵਿੱਚੋਂ ਦੂਸਰੀ ਰਾਸ ਵਿੱਚ ਗਿਆ, ਜਿਹਨੂੰ ਕਹਿੰਦੇ ਸੰਕਰਾਂਤ, ਕ੍ਰਾਂਤੀ ਹੋਈ ਹੈ। ਤੇ ਇਸ ਦਿਨ ਸੂਰਜ ਦੀ ਪੂਜਾ ਕਰੋ। ਜੋ ਪੁਰਾਣੇ ਧਰਮ ਨੇ ਉਹਨਾਂ ਨੇ ਕਿਹਾ, ਸਨਾਤਨ ਧਰਮ ਜਿਹੜਾ ਹਿੰਦੂ ਪੁਜਾਰੀਆਂ ਨੇ ਕਿਹਾ ਕਿ ਇਸ ਦਿਨ ਸੂਰਜ ਦੇਵਤੇ ਦੀ ਪੂਜਾ ਕਰੋ। ਅੱਜ ਸੰਗਰਾਂਦ ਵਾ, ਤੇ ਸੰਗਰਾਂਦ ਦਾ ਮਤਲਬ ਸੂਰਜ ਦੇ ਨਾਲ ਵਾ, ਸਿੱਖੀ ਦੇ ਨਾਲ ਨਹੀਂ ਗਾ, ਗੁਰਦੁਆਰੇ ਦੇ ਨਾਲ ਨਹੀਂ ਗਾ। ਪਰ ਹਰ ਗੁਰਦੁਆਰੇ 'ਚ ਕਿਹਾ ਜਾਂਦਾ ਸਵੇਰੇ ਸੰਗਰਾਂਦ ਵਾ ਜੀ, ਸਵੇਰੇ ਪਵਿੱਤਰ ਦਿਹਾੜਾ ਜੀ। ਹੁਣ ਜਦੋਂ ਗੁਰਦੁਆਰਿਆਂ ਅੰਦਰੋਂ ਹੀ ਆਵਾਜ਼ ਆਏਗੀ ਵੀ ਸਵੇਰੇ ਪਵਿੱਤਰ ਦਿਹਾੜਾ, ਸੰਗਰਾਂਦ ਦਿਹਾੜਾ, ਤੇ ਸਮਝਾਏਗਾ ਸਾਨੂੰ ਕੌਣ ਹੁਣ? ਮਰ ਕਹਿੰਦੇ ਜਿਹੜਾ ਇਹਨਾਂ ਦਿਨਾਂ ਵਾਰਾਂ ਦੀ ਪੂਜਾ ਕਰਦਾ ਹੈ, ਸਤਿਗੁਰ ਬਾਝੋਂ ਅੰਧ ਅੰਧਾਰ, ਥਿੱਤੀ ਵਾਰ ਸੇਵੇ ਮੁਕਤ ਗਵਾਰ। ਅਰਬ ਕੰਟਰੀਆਂ 'ਚ ਕਿਸੇ ਨੂੰ ਨਹੀਂ ਪਤਾ ਵੀ ਅੱਜ ਸੰਗਰਾਂਦ ਹੈ। ਹੋਰ ਧਰਮਾਂ ਨੂੰ ਵੀ ਨਹੀਂ ਇੰਨਾ ਪਤਾ, ਸਾਨੂੰ ਬਹੁਤਾ ਹੀ ਪਤਾ। ਸਾਨੂੰ ਬਹੁਤੀ ਚਿੰਤਾ ਲੱਗੀ ਹੁੰਦੀ ਹੈ ਸੰਗਰਾਂਦ ਦੀ। ਤੇ ਜਿਹੜਾ ਕਦੀ ਵੀ ਨਾ ਗੁਰਦੁਆਰੇ ਆਵੇ, ਉਹ ਸੰਗਰਾਂਦ ਵਾਲੇ ਦਿਨ ਉਹ ਵੀ ਆ ਜਾਂਦਾ ਹੈ। ਇਸ ਦਾ ਮਤਲਬ ਹੈ ਗੁਰਦੁਆਰੇ ਆਉਣਾ ਮਾੜਾ ਨਹੀਂ ਹੈ, ਚੰਗੀ ਗੱਲ ਹੈ। ਪਰ ਇਸ ਦਾ ਮਤਲਬ ਅਸੀਂ ਦਿਹਾੜੇ ਨੂੰ ਮੰਨਦੇ ਹਾਂ, ਦਿਨ ਨੂੰ ਮੰਨਦੇ, ਅਸੀਂ ਰੱਬ ਨੂੰ ਨਹੀਂ ਮੰਨਦੇ, ਅਸੀਂ ਗੁਰੂ ਨੂੰ ਨਹੀਂ ਮੰਨਦੇ। ਜੇ ਅਸੀਂ ਗੁਰੂ ਨੂੰ ਮੰਨਦੇ ਹੋਈਏ ਤੇ ਗੁਰੂ ਤਾਂ ਕੱਲ੍ਹ ਵੀ ਗੁਰਦੁਆਰੇ ਹੈਗਾ ਸੀ। ਕੱਲ੍ਹ ਕਿਉਂ ਨਹੀਂ, ਵੀਰਵਾਰ ਕਿਉਂ ਨਹੀਂ ਗੁਰੂ ਕੋ ਆਏ? ਵੀਰਵਾਰ ਤਾਂ ਅਸੀਂ ਕਬਰਾਂ 'ਤੇ ਤੇਲ ਪਾਉਣ ਤੁਰ ਗਏ। ਉਦੋਂ ਤੇ ਵੀਰਵਾਰ ਕੱਲ੍ਹ ਸੀ ਨਾ, ਅੱਜ ਸ਼ੁੱਕਰਵਾਰ ਹੈ। ਕੱਲ੍ਹ ਸਾਨੂੰ ਗੁਰੂ ਦਾ ਚੇਤਾ ਨਹੀਂ ਸੀ। ਕੱਲ੍ਹ ਅਸੀਂ ਤੇਲ ਪਾਉਣ ਕਬਰਾਂ 'ਤੇ ਤੁਰ ਗਏ, ਤੇ ਅੱਜ ਅਸੀਂ ਇੱਥੇ ਗੁਰਦੁਆਰੇ ਸੰਗਰਾਂਦ ਮਨਾਉਣ ਆ ਗਏ ਹਾਂ। ਆਂਦੇ ਨਾ ਵੀ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕਿਤੇ ਢੋਲ ਢਮੱਕਾ ਸਰਵਰ ਦਾ, ਤੇ ਵਿੱਚ ਵਿੱਚ ਪੂਜਾ, ਕਿਤੇ ਢੋਲ ਢਮੱਕਾ ਸਰਵਰ ਦਾ, ਤੇ ਵਿੱਚ ਵਿੱਚ ਖਿਜਮਤ ਬਾਬੇ ਨਾਨਕ ਦੀ। ਸਿੱਖਾਂ ਦੀ ਆਹ ਹਾਲਤ ਹੋ ਗਈ। ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਪਹਾੜਾਂ ਵਾਲਿਆਂ ਨੂੰ ਜਾਣਦੇ ਆ, ਕੋਈ ਕਿਸੇ ਪਾਸੇ ਨੂੰ ਜਾਣਦੇ ਆ, ਕੋਈ ਵੀਰਵਾਰ ਤੇਲ ਲਈ ਫਿਰਦਾ, ਤੇ ਕਿਤੇ ਢੋਲ ਢਮੱਕਾ ਸਰਵਰ ਦਾ। ਕਿਤੇ ਅਸੀਂ ਕਬਰਾਂ 'ਤੇ ਜਾ ਕੇ ਢੋਲ ਵੀ ਵਜਾਉਂਦੇ ਆ, ਤੇ ਵਿੱਚ ਵਿੱਚ ਖਿਜਮਤ ਬਾਬੇ ਨਾਨਕ ਦੀ। ਵੀਰਵਾਰ ਕਬਰ ਸੀ ਸਾਡੇ ਕੋਲ, ਤੇ ਸ਼ੁੱਕਰਵਾਰ ਅਸੀਂ ਗੁਰਦੁਆਰੇ ਆਣ ਕੇ ਸਭ ਤੋਂ ਅੱਗੇ ਬਹਿ ਜਾਣਾ। ਇਹ ਇੱਦਾਂ ਦੇ ਲੋਕ ਜਿਹੜੇ ਹੁੰਦੇ ਆ ਨਾ, ਇਹ ਸਭ ਤੋਂ ਅੱਗੇ ਆਣ ਕੇ ਬਹਿੰਦੇ ਆ। ਤੇ ਭਾਈ ਗੁਰਦਾਸ ਨੇ ਇੱਕ ਗੱਲ ਲਿਖੀ ਆ, ਉਹ ਕਹਿੰਦੇ ਨੇ ਗੁਰਸਿੱਖ ਹੋਏ। ਅਸੀਂ ਕੋਈ ਸੰਗਰਾਂਦ ਮਨਾਉਂਦਾ ਮਨਾਵੇ, ਅਸੀਂ ਆਪਣੀ ਗੁਰਬਾਣੀ ਦੀ ਗੱਲ ਕਰਨੀ ਆ, ਅਸੀਂ ਸਿੱਖ ਦੀ ਗੱਲ ਕਰਨੀ ਆ। ਸਾਨੂੰ ਉਹਨਾਂ ਲੋਕਾਂ ਨਾਲ ਕੋਈ ਮਤਲਬ ਨਹੀਂ, ਉਹ ਸੰਗਰਾਂਦ ਮਨਾਉਂਦੇ ਨੇ, ਮਨਾਉਣ, ਪਰ ਸਿੱਖ ਕਿਉਂ ਸੰਗਰਾਂਦ ਮਨਾਵੇ? ਗੁਰਦੁਆਰਿਆਂ ਵਿੱਚ ਕਿਉਂ ਕਿਹਾ ਜਾਵੇ ਵੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ? ਹਾਲਾਂਕਿ ਜਦੋਂ 12 ਮਾਹ ਦੇ ਅਖੀਰ ਤੇ ਮਾਰ ਕਿਹਾ, ਸੋਈ ਦਿਵਸ ਸੁਹਾਵੜਾ, ਜਿਤ ਪ੍ਰਭ ਆਵੇ ਚਿੱਤ, ਜਿਤ ਦਿਨ ਵਿਸਰੇ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਮਰ ਗਿਆ ਅੱਜ ਜਿਹਨੂੰ ਰੱਬ ਨਹੀਂ ਚੇਤੇ ਆਇਆ, ਅੱਜ ਦਾ ਦਿਨ ਉਹਦੇ ਵਾਸਤੇ ਫਟਕਾਰਯੋਗ ਹੈ। ਇੱਥੋਂ ਤੱਕ ਵੀ ਮਾਰ ਨੇ ਕਿਹਾ ਕਿ 100 ਅਲਾਮੇ ਦਿਨੇ ਕੇ, ਰਾਤੀ ਮਿਲਣ ਹੰਸ, ਸਿਫਤ ਸਲਾਹਨ ਛੱਡ ਕੇ ਕੁਰੰਗੀ ਲੱਗਾ ਫਿਰ ਹੰਸ। ਮੈਂ ਕਹਿ ਰਿਹਾ ਸੀ ਵੀ ਅਰਬ ਕੰਟਰੀਆਂ 'ਚ ਕਿਸੇ ਨੂੰ ਪਤਾ ਨਹੀਂ ਅੱਜ ਸੰਗਰਾਂਦ ਹੈ, ਤੇ ਸਿੱਖਾਂ ਨੂੰ ਇੰਨਾ ਫਿਕਰ ਕਿਉਂ ਪਿਆ ਹੁੰਦਾ ਸੰਗਰਾਂਦ ਦਾ? ਮਾਰ ਨੇ ਕਿਹਾ ਵੀ ਦਿਨ ਉਹੀ ਚੰਗਾ ਹੈ, ਸਮਾਂ ਉਹੀ ਚੰਗਾ ਜਦੋਂ ਤੂੰ ਗੁਰੂ ਨਾਲ ਜੁੜ ਜੇ, ਰੱਬ ਨਾਲ ਜੁੜ ਜੇ, ਜਦੋਂ ਰੱਬ ਦਾ ਨਾਮ ਜਪੇ। ਪਰ ਭਾਈ ਗੁਰਦਾਸ ਜੀ ਨੇ ਇੱਕ ਗੱਲ ਲਿਖੀ ਆ, ਉਹ ਕਹਿੰਦੇ ਨੇ ਗੁਰਸਿੱਖ ਹੋਏ। ਕੋਈ ਸੰਗਰਾਂਦ ਮੰਨਦਾ ਹੈ ਮੰਨੇ, ਸਿੱਖ ਨੇ ਨਹੀਂ ਮੰਨਣੀ। ਸਿੱਖ ਦਾ ਸੰਗਰਾਂਦ ਨਾਲ ਕੋਈ ਮਤਲਬ ਨਹੀਂ ਹੈ। ਸਿੱਖ ਅਕਾਲ, ਗੁਰੂ ਗੋਬਿੰਦ ਸਿੰਘ ਨੇ ਮਰ ਗਏ, ਅਕਾਲ ਦਾ ਪੁਜਾਰੀ ਆ ਸਿੱਖ। पूजा अकाल की, परचा शब्द का, दीदार खालसे का। ਤੇ ਸੰਗਰਾਂਦ ਦੀ ਸਾਨੂੰ ਕਿਉਂ ਫਿਕਰ ਪਈ ਹੁੰਦੀ ਹੈ? ਹਾਲਾਂਕਿ ਸਿੱਖ ਦਾ ਰੋਜ਼ ਦਾ ਨੇਮ ਹੈ ਵੀ ਉਹ ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰਨ ਬੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ।
ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਨੰਦਾ। ਗੁਰੂ ਰਾਮਦਾਸ ਨੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਸੰਗਰਾਂਦ ਤੇ ਨਹੀਂ ਗੁਰਬਾਣੀ ਗਾਉਣ ਨੂੰ ਆਖਿਆ। ਗੁਰਬਾਣੀ ਨੇ ਨਹੀਂ ਸਿੱਖਾਂ ਨੂੰ ਕਿਹਾ ਵੀ ਇਹ ਸੰਗਰਾਂਦ ਅੱਜ ਪਵਿੱਤਰ ਦਿਹਾੜਾ ਹੈ, ਇਹ ਅਸੀਂ ਮਨਾ ਲਿਆ ਹੈ। ਕਿਉਂਕਿ ਗੁਰਬਾਣੀ ਜਿਨ੍ਹਾਂ ਗੱਲਾਂ ਨੂੰ ਕਾਟ ਕਰਦੀ ਆ, ਅਸੀਂ ਉਹਨਾਂ ਨੂੰ ਅਹਿਮੀਅਤ ਦਿੰਦੇ ਆ। ਜਿੱਦਾਂ ਇੱਕ ਆਉਂਦਾ ਨਾ ਕਿ ਨੱਚਣ ਕੁੱਦਣ ਮਨ ਕਾ ਚਾਓ। ਹੁਣ ਉੱਥੇ ਨੱਚਣ ਤੇ ਕੁੱਦਣ ਦੀ ਨਿੰਦਾ ਕੀਤੀ ਗਈ ਆ, ਤੇ ਸਾਡੇ ਕਈ ਕਹਿੰਦੇ ਨੇ ਕਿ ਗੁਰਬਾਣੀ 'ਚ ਲਿਖਿਆ ਵੀ ਨੱਚਣ ਕੁੱਦਣ ਮਨ ਕਾ ਚਾਓ। ਹਾਲਾਂਕਿ ਉਹਦੀ ਪਹਿਲਾ ਹਿੱਸਾ ਵੇਖੋ ਤੁਸੀਂ, ਵਾਇਣ ਚੇਲੇ ਨੱਚਣ ਗੁਰ। ਚੇਲੇ ਸਾਜ਼ ਵਜਾਣ ਦੇ, ਜਿਹਨੂੰ ਭਾਈ ਗੁਰਦਾਸ ਨੇ ਕਿਹਾ। ਉਹਦੇ ਲਾਟੂ ਮਧਾਨੀਆਂ ਅੰਨ ਗਾ। ਲਾਟੂ ਜਿਹੜੇ ਮਧਾਨੀਆਂ ਥੱਲੇ ਹੁੰਦੇ ਨੇ ਕਿਸ ਤਰ੍ਹਾਂ ਘੁੰਮਦੇ ਨੇ, ਤੇ ਅੰਨ ਗਾ। ਹੁਣ ਅਸੀਂ ਮਸ਼ੀਨਾਂ ਰਾਹੀਂ ਕਣਕ ਕੱਢਦੇ ਹਾਂ, ਉਦੋਂ ਗਾਹ ਪਾਏ ਜਾਂਦੇ ਸੀ, ਤੇ ਉੱਤੇ ਇੱਕ ਫਲਾਹ ਦਾ ਰੁੱਖ ਵਾ, ਉਹ ਫਲਾਈ ਦੇ ਰੁੱਖ ਦਾ ਇੱਕ ਢਾਂਚਾ ਜਿਹਾ ਬਣਾਇਆ ਜਾਂਦਾ ਸੀ, ਤੇ ਉਹਨੂੰ ਕਹਿੰਦੇ ਸੀ ਫਲੇ ਗਾਉਣੇ। ਤੇ ਪੁਰਾਣਿਆਂ ਬਜ਼ੁਰਗਾਂ ਨੂੰ ਪਤਾ ਕਿ ਕਣਕ ਗਾਈ ਜਾਂਦੀ ਸੀ, ਤੋਰੀਆ ਗਾਇਆ ਜਾਂਦਾ ਸੀ, ਮਾਂ ਗਾਏ ਜਾਂਦੇ ਸੀ, ਸਰੋਂ ਗਾਈ ਜਾਂਦੀ ਸੀ। ਉਹ ਗਾਉਂਦੇ ਫਿਰ ਗਿੜਦੇ ਹੁੰਦੇ ਸੀ। ਲਾਟੂ ਮਧਾਨੀਆਂ ਅੰਨ ਗਾ, ਅੰਨ ਨੂੰ ਵੀ ਗਾਇਆ ਜਾਂਦਾ ਸੀ ਘੁੰਮ ਘੁੰਮ ਕੇ। ਪੰਖੀ ਪਾਉਂਦਿਆਂ ਲੈ ਨਸਾ ਸੂਏ ਚਾੜ ਭਵਾਈਏ ਜੰਤ। ਮਦਾਰੀ ਲੋਕ ਸੂਲੀ ਉੱਤੇ ਚੜ੍ਹ ਕੇ ਘੁੰਮਦੇ ਨੇ। ਇਹ ਪੁਰਾਣੀਆਂ ਬਾਤਾਂ ਨੇ। ਸੂਏ ਚਾੜ ਭਵਾਈਏ ਜੰਤ, ਨਾਨਕ ਭਾਉਂਦਿਆਂ ਗਣਤ ਨਅੰਤ। ਬੰਧਨ ਬੰਧ ਭਵਾਏ ਸੋਏ, ਪਿਆ ਕਿਰਤ ਨੱਚੇ ਸਭ ਕੋਏ। ਨੱਚ ਨੱਚ ਹੱਸੇ ਚੱਲੇ ਸੇ ਰੋਏ। ਤੁਸੀਂ ਨੱਚੋਗੇ, ਮਹਾਰਾਜ ਕਹਿੰਦੇ ਤੁਸੀਂ ਹੱਸੋਗੇ, ਤੇ ਕੁਦਰਤ ਦਾ ਅਸੂਲ ਵਾ, ਇਹਦੇ ਉਲਟ ਤੁਹਾਨੂੰ ਫਿਰ ਰੋਣਾ ਪੈਣਾ। ਜਿੰਨਾ ਕੋਈ ਹੱਸੇਗਾ, ਜਿੰਨਾ ਕੋਈ ਨੱਚੇਗਾ, ਉਹਨੂੰ ਉਨਾ ਹੀ ਰੋਣਾ ਪੈਣਾ। ਇਹ ਰੱਬੀ ਅਸੂਲ ਵਾ। ਤੇ ਅਸੀਂ ਇੱਕੋ ਤੁਕ ਫੜ ਲਿਆ ਵੀ ਨੱਚਣ ਕੁੱਦਣ ਮਨ ਕਾ ਚਾਓ। ਮਹਾਰਾਜ ਕਹਿੰਦੇ ਕਈ ਲੋਕ ਨੇ ਨੱਚ ਟੱਪ ਕੇ ਭਗਤੀ ਕਰਦੇ ਨੇ, ਤੇ ਸਾਹਿਬ ਕਹਿੰਦੇ ਨੱਚਿਆਂ ਟੱਪਿਆਂ ਭਗਤ ਨਾ ਹੋਏ। ਉੱਥੇ ਨੱਚਣ ਤੇ ਟੱਪਣ ਦੀ ਨਿੰਦਾ ਕੀਤੀ ਗਈ ਆ, ਤੇ ਅਸੀਂ ਉਸੇ ਤੁਕ ਨੂੰ ਲੈ ਕੇ ਬਹਿ ਜਾਂਦੇ ਵੀ ਬਾਣੀ ਕਹਿੰਦੀ ਆ ਕਿ ਨੱਚਣ ਕੁੱਦਣ ਮਨ ਕਾ ਜਾਓ। ਖੈਰ, ਤੇ ਮੈਂ ਕਹਿ ਰਿਹਾ ਸੀ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰ ਸਿੱਖ ਹੋਏ। ਅਸੀਂ ਦੂਸਰੇ ਦੀ ਗੱਲ ਨਹੀਂ ਕਰਦੇ। ਮੈਂ ਕੱਲ ਵੀ ਇੱਕ ਕਮੈਂਟ ਕੀਤਾ, 2 ਦਿਨ ਹੋ ਗਏ, ਮੈਂ ਇੱਕ ਕਮੈਂਟ ਕੀਤਾ ਸੀ, ਤੇ ਸਾਡੀ ਅੱਜ ਕੌਮ ਬੜੀ ਭੋਲੀ ਜੀ ਬਣ ਗਈ ਆ, ਬੇਸਮਝ ਜੀ ਕੌਮ ਹੋ ਗਈ ਸਾਡੀ ਅੱਜ। ਇੱਥੇ ਬਟਾਲੇ ਲਾਗੇ ਕਰਨਾਮਾ ਪਿੰਡ ਵਾ, ਉੱਥੇ ਕੀਰਤਨ ਹੋਇਆ। ਉਹ ਸਾਲ ਪਿੱਛੋਂ ਕਰਾਉਂਦੇ ਨੇ। ਉਹ ਦਿੱਲੀ ਤੋਂ ਇੱਕ ਲੜਕੀ ਨੂੰ ਸੱਦਦੇ ਨੇ, ਜਿਹੜੀ ਉਹ ਕੋਈ ਗਾਉਣ ਗੂਣ ਵਾਲੀ ਆ, ਮੈਥਲੀ ਠਾਕਰ ਉਹਦਾ ਨਾਂ ਹੈ। ਇਹ ਬਟਾਲੇ ਲਾਗੇ ਪਿੰਡ ਆ ਕਰਨਾਮਾ। ਉਹ ਸਾਲ ਪਿੱਛੋਂ ਉਸ ਲੜਕੀ ਨੂੰ ਸੱਦਦੇ ਨੇ। ਉਹ ਗਾਉਣ ਗੂਣ ਦਾ ਕੰਮ ਕਰਦੀ ਆ ਕੁੜੀ। ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਕਿਹਾ ਤੁਸੀਂ ਇੰਨੀਆਂ ਗੁਰਸਿੱਖ ਬੱਚੀਆਂ ਗੁਰਦਾਸਪੁਰ ਦੇ ਵਿੱਚ ਨੇ ਅੰਮ੍ਰਿਤਧਾਰੀ ਕੀਰਤਨ ਕਰਦੀਆਂ, ਤੇ ਤੁਹਾਨੂੰ ਆਪਣਾ ਭੁੱਲ ਗਿਆ ਸਭ ਕੁਝ। ਤੁਸੀਂ ਦੂਸਰਿਆਂ ਨੂੰ, ਗੈਰਾਂ ਨੂੰ ਸਟੇਜਾਂ ਉੱਤੇ ਬਿਠਾ ਕੇ ਨਾ ਸਨਮਾਨ ਦਿੰਦੇ ਹੋ। ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਨੇ ਬੜੀ ਉਹਦੀ ਵਡਿਆਈ ਕੀਤੀ। ਹਾਲਾਂਕਿ ਰਹਿਤਨਾਮੇ 'ਚ ਗੱਲ ਲਿਖੀ ਹੋਈ ਆ ਕਿ ਸੰਗਤ ਵਿੱਚ ਕੀਰਤਨ ਕੇਵਲ ਅੰਮ੍ਰਿਤਧਾਰੀ ਬੱਚੀ ਜਾਂ ਬੱਚਾ ਕਰ ਸਕਦਾ ਹੈ, ਦੂਸਰੇ ਨੂੰ ਅਧਿਕਾਰ ਨਹੀਂ ਆ। ਕਰੇ ਕੀਰਤਨ, ਕੋਈ ਰੋਕ ਨਹੀਂ ਹੈ, ਪਰ ਸੰਗਤ ਵਿੱਚ ਨਹੀਂ। ਸੰਗਤ ਵਿੱਚ ਕੇਵਲ ਅੰਮ੍ਰਿਤਧਾਰੀ ਨੂੰ ਹਦਾਇਤ ਹੈ। ਤੇ ਮੈਂ ਕਿਹਾ ਲੋਕੋ, ਤੁਸੀਂ ਆਪਣੀਆਂ ਗੁਰਸਿੱਖ ਬੱਚੀਆਂ ਨੂੰ ਉੱਚਾ ਚੁੱਕਣ ਦੀ ਬਜਾਏ, ਉਹਨਾਂ ਨੂੰ ਮਾਣ ਸਨਮਾਨ ਦੇਣ ਦੀ ਬਜਾਏ, ਤੁਸੀਂ ਗੈਰਾਂ ਨੂੰ ਸਨਮਾਨ ਦਿੰਦੇ ਹੋ। ਉਹ ਤਾਂ ਤੁਹਾਨੂੰ ਅੱਤਵਾਦੀ ਮੰਨਦੇ ਆ। ਉਹਨਾਂ ਦੀ ਨਿਗਾਹ 'ਚ ਤੁਸੀਂ ਤਾਂ ਵੱਖਵਾਦੀ ਹੋ, ਤੁਸੀਂ ਉਖਰਵਾਦੀ ਹੋ, ਤੇ ਤੁਸੀਂ ਉਹਨਾਂ ਲੋਕਾਂ ਨੂੰ, ਗੈਰਾਂ ਨੂੰ ਸਨਮਾਨ ਦਿੰਦੇ ਹੋ। ਤੁਹਾਡੀਆਂ ਆ ਜਿਹੜੀਆਂ ਸਾਡੀਆਂ ਬੱਚੀਆਂ ਬੜੂ ਸਾਹਿਬ ਤੋਂ ਕੀਰਤਨ ਸਿੱਖ ਕੇ ਆਈਆਂ ਨੇ ਜਾਂ ਸਿੱਖਦੀਆਂ ਨੇ, ਉਹਨਾਂ ਨਾਲ ਦਾ ਕੀਰਤਨ ਤੇ ਦਰਬਾਰ ਸਾਹਿਬ ਦੇ ਰਾਗੀ ਵੀ ਨਹੀਂ ਕਰ ਸਕਦੇ। ਇੰਨੀ ਕਲਾ ਉਹਨਾਂ ਬੱਚੀਆਂ ਦੇ ਕੋਲ, ਸਾਡੀਆਂ ਦੇ ਕੋਲ। ਤੇ ਉਹਨਾਂ ਨੂੰ ਤੁਸੀਂ ਪਿੱਛੇ ਛੱਡ ਕੇ ਤੇ
ਅਨਮਤੀਆਂ ਨੂੰ, ਜਿਹੜੀ ਲੜਕੀ ਫਿਲਮਾਂ 'ਚ ਵੀ ਕੰਮ ਕਰਦੀ ਹੋਵੇ, ਗੀਤ ਗਾਉਂਦੀ ਹੋਵੇ, ਤੇ ਤੁਸੀਂ ਉਸ ਨੂੰ ਸਟੇਜਾਂ ਉੱਤੇ ਮਾਣ ਦਿੰਦੇ ਹੋ। ਤੁਸੀਂ ਇਹ ਜਿਹੜੇ ਲੋਕ ਕਰਾਉਂਦੇ ਨੇ, ਇਹਨਾਂ ਲੋਕਾਂ ਦੀਆਂ ਭਾਵਨਾ ਨੂੰ ਵੇਖਣਾ ਪੈਣਾ। ਇਹ ਕੌਣ ਲੋਕ ਨੇ? ਇਹ ਕੌਣ ਲੋਕ ਨੇ? ਮੈਂ ਹੁਣ ਬਹੁਤਾ ਨਾ ਹੀ ਖੁਲਾਸਾ ਕਰਾਂ ਤਾਂ ਚੰਗੀ ਗੱਲ ਰਹਿ ਜੂਗੀ। ਨਹੀਂ ਨਹੀਂ, ਕੇਵਲ ਅੰਮ੍ਰਿਤਧਾਰੀ ਬੱਚੀ ਨੂੰ ਹੀ ਕੀਰਤਨ ਕਰਨ ਦਾ ਹੱਕ ਹੈ ਸੰਗਤ ਵਿੱਚ। ਇਹ ਤੁਸੀਂ ਸਿੱਖ ਰਹਿਤ ਮਰਜ਼ਾਦਾ ਪੜ੍ਹ ਕੇ ਵੇਖ ਲਿਓ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ। ਤੂੰ ਸਿੱਖ ਹੋ ਕੇ ਕਿਸੇ ਸੰਗਰਾਂਦ ਨੂੰ ਮਨਾਵੇਂ, ਤੂੰ ਸਿੱਖ ਹੋ ਕੇ ਕਿਸੇ ਦੇਵੀ ਦੇਵਤੇ ਦੇ ਜਗਰਾਤੇ ਕਰਾਵੇਂ। ਤੂੰ, ਮੈਂ ਗੈਰਾਂ ਦੀ ਨਹੀਂ ਬਾਤ ਕਰ ਰਿਹਾ, ਕੋਈ ਕਰਾਉਂਦਾ ਕਰਾਵੇ, ਮੈਂ ਗੁਰਸਿੱਖ ਦੀ ਕਰ ਰਿਹਾ। ਜੇ ਤੁਸੀਂ ਆਪਣੇ ਆਪ ਨੂੰ ਸਿੱਖ ਖਵਾਉਂਦੇ ਹੋ ਤਾਂ ਫਿਰ ਇਸ ਗੱਲ ਨੂੰ ਮੰਨਿਓ। ਜੇ ਤੁਸੀਂ ਸਿੱਖ ਨਹੀਂ ਹੋ ਫਿਰ ਕੋਈ ਬਾਤ ਨਹੀਂ ਹੈ। ਗੁਰਸਿੱਖ ਹੋਏ ਆਨ ਦੇਵ ਤੇਵ ਸੇਵ ਗਹਿ, ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਦੀ। ਬਾਹਰ ਕਹਿੰਦੇ ਤੁਹਾਡਾ ਲੋਕ ਪਰਲੋਕ ਦੋਵੇਂ ਜਾਣਾ ਹੈ। ਤੁਹਾਨੂੰ ਗੁਰੂ ਨੇ ਤਾਂ ਮੂੰਹ ਲਾਉਣਾ ਨਹੀਂ, ਕਿਉਂਕਿ ਤੁਸੀਂ ਸਿੱਖੀ ਰਹੁਤ ਰੀਤ ਨੂੰ ਨਹੀਂ ਮੰਨਦੇ। ਤੁਸੀਂ ਤਾਂ ਸੰਗਰਾਂਦਾਂ ਮਨਾਉਂਦੇ ਹੋ, ਤੁਸੀਂ ਤਾਂ ਜਗਰਾਤੇ ਕਰਾਉਂਦੇ ਹੋ। ਦਿਨੇ ਸੁਖਮਣੀ, ਇੱਥੇ ਸਾਡੇ ਗੁਆਂਢ ਇੱਦਾਂ ਹੀ ਹੋਇਆ, ਦਿਨੇ ਪਾਠ ਚੱਲਿਆ ਸੁਖਮਣੀ ਸਾਹਿਬ ਦਾ, ਤੇ ਸ਼੍ਰੋਮਣੀ ਕਮੇਟੀ ਦਾ ਬੁਲਾਰਾ ਵੀ ਆਇਆ ਵੀ ਕਲਗੀਧਰ ਨੇ ਬੜੀ ਕਿਰਪਾ ਕੀਤੀ ਆ, ਇਸ ਪਰਿਵਾਰ ਨੂੰ 2 ਲਾਲ ਦਿੱਤੇ ਨੇ। ਤੇ ਸੁਖਮਣੀ ਸਾਹਿਬ ਦਾ ਇਹਨਾਂ ਨੇ ਪਾਠ ਕਰਾਇਆ, ਮਹਾਰਾਜ ਧੰਨਵਾਦ ਕੀਤਾ। ਉਹੀ ਘਰ ਆ, ਉਹੀ ਸਪੀਕਰ ਆ, ਤੇ ਰਾਤ ਨੂੰ ਆਵਾਜ਼ ਆ ਗਈ ਆ ਕਿ ਉਹ ਫਲਾਨੀ ਨੇ ਲਾਲ ਦਿੱਤੇ ਨੇ, 2 ਜਗਰਾਤਾ ਸ਼ੁਰੂ ਹੋ ਗਿਆ। ਇਹ ਹਾਲਤ ਅੱਜ ਸਾਡੀ ਸਿੱਖ ਕੌਮ ਦੀ ਬਣੀ ਹੋਈ ਹੈ। ਤੇ ਸਾਡਾ ਜ਼ੋਰ ਲੰਗਰਾਂ ਲੰਗਰਾਂ 'ਤੇ ਲੱਗਾ ਹੋਇਆ। ਪਤਾ ਨਹੀਂ ਕਿੰਨਾ ਕੁ ਪੈਸਾ ਕੌਮ ਦਾ ਅਸੀਂ ਲੰਗਰਾਂ 'ਤੇ ਰੋੜੀ ਜਾਂਦੇ ਹਾਂ, ਤੇ ਨਾ ਕੋਈ ਕਿਸੇ ਗਰੀਬ ਸਿੱਖ ਦੀ ਕੋਈ ਸਾਰ ਨਹੀਂ ਲੈਂਦੀ ਸੰਸਥਾ। ਖੈਰ, ਮਹਾਰਾਜ ਕਹਿੰਦੇ ਆ ਵੀ ਫਲ ਗੁਣ ਆਨੰਦ ਉਪਾਰਜਨਾ। ਫਲ ਤੇ ਗੁਣ, ਇਹ ਜਦੋਂ ਫਲ ਵੀ ਲੱਗ ਰਹੇ ਨੇ ਤੇ ਫੁੱਲ ਵੀ ਲੱਗ ਰਹੇ ਨੇ, ਤੇ ਉਹਨੂੰ ਕਹਿੰਦੇ ਨੇ ਫਲ ਤੇ ਗੁਣ। ਫੱਗਣ, ਜਿੱਦਾਂ ਵੈਸਾਖ, ਜਦੋਂ ਸਾਖਾਂ ਦੇ ਉੱਤੇ ਵੇਸ ਆ ਜੇ, ਸਾਖ ਕਹਿੰਦੇ ਨੇ ਸਾਖਾਂ ਟਹਿਣੀਆਂ। ਜਦੋਂ ਟਹਿਣੀਆਂ ਉੱਤੇ ਪੱਤੇ ਆ ਜਾਣ, ਉਹਨੂੰ ਕਹਿੰਦੇ ਨੇ ਵੈ ਮੈਨੇ ਵੇਸ, ਸਾਖ ਮੈਨੇ ਟਾਹਣੀਆਂ। ਜਦੋਂ ਟਾਹਣੀਆਂ ਉੱਤੇ ਵੇਸ ਆ ਜੇ, ਉਹਨੂੰ ਕਹਿੰਦੇ ਨੇ ਵਿਸਾਖ। ਤੇ ਜਦੋਂ ਫੁੱਲ ਫਲ ਲੱਗ ਜਾਵੇ, ਉਹਨੂੰ ਕਹਿੰਦੇ ਨੇ ਫਲਗੁਣ। ਤੇ ਮਾਰ ਕਹਿੰਦੇ ਫਲ ਗੁਣ ਆਨੰਦ ਉਪਾਰਜਨਾ। ਮਰ ਕਹਿੰਦੇ ਸਾਡਾ ਹੁਣ ਆਨੰਦ ਬਣ ਗਿਆ, ਕਿਉਂਕਿ ਜਿਹੜੀਆਂ ਪਹਿਲੀਆਂ 2 ਇਹ ਰੁੱਤਾਂ, ਜਿਹੜੀਆਂ 6 ਰੁੱਤਾਂ ਨੇ ਭਾਈ, 12 ਮਹੀਨੇ ਨੇ ਤੇ 6 ਰੁੱਤਾਂ ਨੇ। ਜਿੱਦਾਂ ਭਾਦੋਂ ਤੇ ਸੌਣ 1 ਰੁੱਤ ਵਾ, ਜੇਠ ਤੇ ਹਾੜ 1 ਰੁੱਤ ਵਾ, ਤੇ ਚੇਤ ਤੇ ਵਿਸਾਖ 1 ਰੁੱਤ ਵਾ। ਇਸ ਤਰ੍ਹਾਂ ਚੱਲਦਾ ਹੈ। ਤੇ ਮਹਾਰਾਜ ਕਹਿੰਦੇ ਇਹ ਜਿਹੜਾ ਪਹਿਲੇ 2 ਮਹੀਨੇ ਸੀ ਨਾ, ਠੰਡ ਦੇ ਸੀ, ਤੇ ਬੜਾ ਦੁਨੀਆ ਦੁਖੀ ਹੁੰਦੀ ਠੰਡ ਦੇ ਨਾਲ, ਗਰਮੀ ਨਾਲ ਵੀ ਦੁਨੀਆ ਦੁਖੀ ਹੁੰਦੀ ਆ। ਤੇ ਜਦੋਂ ਮਹਾਰਾਜ ਕਹਿੰਦੇ ਠੰਡ ਦੂਰ ਹੋਈ, ਮਾਘ ਗਿਆ, ਫੱਗਣ ਆ ਗਿਆ, ਤੇ ਫੱਗਣ ਦੇ ਮਹੀਨੇ ਨੂੰ ਇੱਕ ਆਨੰਦ ਦਾ ਮਹੀਨਾ ਮੰਨਿਆ ਜਾਂਦਾ। ਇਸ ਮਹੀਨੇ ਵਿੱਚ ਜਿਸ ਤਰ੍ਹਾਂ ਬਨਸਪਤੀ ਖਿੜਦੀ ਆ ਨਾ, ਤੇ ਲੋਕੀ ਬੜੇ ਖੁਸ਼ ਹੁੰਦੇ ਨੇ, ਤੇ ਹੋਲੀ ਦਾ ਤਿਉਹਾਰ ਵੀ ਇਸੇ ਮਹੀਨੇ 'ਚ ਹੀ ਆ। ਮਹਾਰਾਜ ਕਹਿੰਦੇ ਨੇ ਬਾਹਰ ਤਾਂ ਫੁੱਲ ਫਲ ਖਿੜ ਗਏ, ਤੇ ਅੰਦਰ ਦੀ ਕੀ ਹਾਲਤ ਵਾ ਸਾਡੀ। ਬਾਹਰ ਤੇ ਫੱਗਣ ਹੋ ਗਿਆ, ਤੇ ਅੰਦਰ ਕਿਤੇ ਪੱਤਝੜ ਨਹੀਂ ਸਾਡੀ ਹੈਗੀ। ਤੇ ਕਿਸੇ ਨੇ ਪੁੱਛਿਆ, ਮਹਾਰਾਜ ਅੰਦਰ ਕਿਵੇਂ ਆਨੰਦ ਵੱਜਦਾ ਹੈ, ਅੰਦਰ ਕਿਵੇਂ ਹਰਿਆਵਲ ਆਉਂਦੀ ਆ, ਅੰਦਰ ਦਾ ਸਾੜਾ, ਅੰਦਰ ਦੀ ਪੱਤਝੜ ਕਿਵੇਂ ਦੂਰ ਹੁੰਦੀ ਆ। ਤੇ ਮਹਾਰਾਜ ਕਹਿੰਦੇ ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਉਹ ਸੱਜਣ, ਉਹ ਪਰਮੇਸ਼ਰ ਸਾਡੇ ਹਿਰਦੇ ਵਿੱਚ ਸਾਖਾਤ ਹੋ ਗਿਆ, ਪ੍ਰਗਟ ਹੋ ਗਿਆ, ਤੇ ਆਨੰਦ ਵੱਜ ਗਿਆ। ਜਿੱਦਾਂ ਮਹਾਰਾਜ ਕਹਿੰਦੇ ਆਜ ਹਮਾਰੇ ਬਣੇ ਫਾਗ ਦੇ ਮਹੀਨੇ ਨੂੰ, ਫੱਗਣ ਦੇ ਮਹੀਨੇ ਨੂੰ ਆਨੰਦ ਦਾ ਮਹੀਨਾ ਕਹਿੰਦੇ ਨੇ। ਮਹਾਰਾਜ ਕਹਿੰਦੇ ਸਾਡਾ ਹੁਣ ਫੱਗਣ ਬਣ ਗਿਆ। ਕਿਸ ਤਰ੍ਹਾਂ ਬਣਿਆ?
आज हमारे बने फाग प्रभ संगी मिल खेलन लाग। होली कीनी संत सेव। ਮਹਾਰਾਜ ਕਹਿੰਦੇ ਅਸੀਂ ਹੋਲੀਆਂ ਖੇਡਦੇ ਇਸ ਮਹੀਨੇ ਵਿੱਚ। ਤੇ ਕਿਹੜੀਆਂ ਹੋਲੀਆਂ? ਸੰਤ ਸੇਵ, ਸੰਗਤ ਦੀ ਸੇਵਾ ਕਰਨੀ। ਮੈਂ ਕੱਲ ਵੀ ਇੱਕ ਬਾਬੇ ਨੂੰ ਸੁਣ ਰਿਹਾ ਸੀ ਤੇ ਉਹ ਕਹਿ ਰਿਹਾ ਸੀ ਗੁਰੂ ਅਮਰਦਾਸ ਨੇ 12 ਸਾਲ ਗਾਗਰ ਢੋਈ ਆ। ਤੇ ਮੈਂ ਉਹਨੂੰ ਕਮੈਂਟ ਕੀਤਾ ਇਸ YouTube ਤੇ, ਮੈਂ ਕਿਹਾ ਗੁਰੂ ਅਮਰਦਾਸ ਨੇ ਤੇ 12 ਸਾਲ ਗਾਗਰ ਢੋਈ, ਮੈਂ ਤੂੰ ਤੇ ਕਦੀ ਕੌਲੀ ਚੁੱਕ ਕੇ ਇੱਥੋਂ ਨਹੀਂ ਇੱਥੋਂ ਚੁੱਕ ਕੇ ਉੱਥੇ ਨਹੀਂ ਰੱਖੀ, ਤੇ ਤੂੰ ਕਾਹਦੀ ਵਿਆਖਿਆ ਕਰਨ ਦਿਆਂ? ਉਹਨਾਂ ਨੇ ਢੋਈਆਂ ਗਾਗਰਾਂ, ਤੈਨੂੰ ਉਹਨਾਂ ਦੀਆਂ ਗਾਗਰਾਂ ਨਾਲ ਤੂੰ ਦੱਸ ਤੂੰ ਕੀ ਕੀਤਾ ਵਾ? ਇਹੋ ਜਿਹੀ ਉਹਨੂੰ ਗਾਗਰਾਂ ਢੋਂਦੇ ਰਹੇ 12 ਸਾਲ। ਮੈਂ ਤੂੰ ਤੇ ਆਪਣੀ ਕੌਲੀ ਨਹੀਂ ਧੋਂਦਾ ਤੇ ਚੁੱਕ ਕੇ ਪਰਾਂ ਨਹੀਂ ਰੱਖਦਾ, 3 ਚੇਲੇ ਚੁੱਕਦੇ ਤੇਰੇ ਅੱਗੇ ਕੌਲੀ, ਤੇ ਤੂੰ ਕਾਹਦੀ ਵਿਆਖਿਆ ਕਰਨ ਦਿਆਂ ਗਾਗਰਾਂ ਦੀ? ਤੂੰ ਆਪਣੀ ਦੱਸ ਵੀ ਤੂੰ ਕੀ ਕੀਤਾ? ਦੂਜਿਆਂ ਦੀ ਗਾਗਰ ਉਹੀ ਕੀ ਲੈਣਾ ਭਾਈ? ਤੇ ਮਾਰ ਕਹਿੰਦੇ ਆਜ ਹਮਾਰੇ ਬਣੇ ਭਾਗ ਪ੍ਰਭ ਸੰਗੀ ਮਿਲ ਖੇਲਣ ਲਾਗ। ਹੋਲੀ ਕੀਨੀ ਸੰਤ ਸੇਵ। ਅਸੀਂ ਸੰਤਾਂ ਦੀ ਸੇਵਾ, ਸੰਗਤ ਦੀ ਸੇਵਾ ਕੀਤੀ ਆ, ਇਹ ਸਾਡੇ ਵਾਸਤੇ ਹੋਲੀ ਆ। ਤੇ ਕਿਸੇ ਨੇ ਪੁੱਛਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੁਹਾਨੂੰ ਆਨੰਦ ਕਿਵੇਂ ਬਣਿਆ? ਤੁਹਾਡੇ ਅੰਦਰ ਆਨੰਦ ਕਿਵੇਂ ਆਇਆ? ਤੇ ਮਹਾਰਾਜ ਕਹਿੰਦੇ ਨੇ ਸੰਤ ਸਹਾਈ ਰਾਮ ਕੇ। ਇਹ ਆਨੰਦ ਮਿਲਦਾ ਸੰਤਾਂ ਨੂੰ ਮਿਲਣ ਦੇ ਨਾਲ। ਇਹ ਸੰਤਾਂ ਤੋਂ ਬਿਨਾ ਅੰਦਰ ਦਾ ਆਨੰਦ ਮਿਲਦਾ ਨਹੀਂ ਗਾ। ਮਹਾਰਾਜ ਕਹਿੰਦੇ, ਮਹਾਰਾਜ ਕਹਿੰਦੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਇਹ ਜਿਹੜਾ ਰੱਬ ਨੂੰ ਮਿਲਾਉਣ ਦਾ ਚੱਕਰ ਵਾ ਜਾਂ ਅੰਦਰ ਦਾ ਆਨੰਦ ਵਾ, ਮਹਾਰਾਜ ਕਹਿੰਦੇ ਇਹ ਤਾਂ ਸੰਗਤ ਵਿੱਚ ਬਹਿ ਕੇ ਗੱਲ ਬਣਨੀ ਆ। ਜਿੱਦਾਂ ਗੁਰੂ ਰਾਮਦਾਸ ਆਪਣਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਤਿਤ ਜਾਹੇ ਬਹੁ ਸਤ ਸੰਗਤੀ। ਬੰਦਿਆ ਤੂੰ ਰੋਜ਼ ਸੰਗਤ ਵਿੱਚ ਜਾਇਆ ਕਰ, ਤੂੰ ਸੰਗਰਾਂਦਾਂ ਦੇ ਚੱਕਰ 'ਚ ਨਾ ਰਿਹਾ ਕਰ ਵੀ ਮਹੀਨੇ ਪਿੱਛੋਂ ਤੂੰ ਕੜਾਹ ਹੀ ਖਾਣ ਆਵੇਂ ਗੁਰਦੁਆਰੇ। ਉਹ ਕੜਾਹ ਬੰਦ ਕਰ ਦਿਓ ਤੇ ਮੈਂ ਹੋ ਸਕਦਾ ਇਹ ਗੁਰਦੁਆਰਿਓਂ ਲੋਕੀ ਆਉਣੋਂ ਹਟ ਜਾਣਗੇ। ਜੋ ਸ਼ਕੌਏ ਕੁਣਕੇ ਕੇ ਭਾਜ ਗਏ ਸਿੱਖ ਠੁਣਕੇ ਕੇ, ਦਾ ਮਲੇ ਕੁਣਕੇ ਕੇ ਸ਼ਕੌਏ ਨੇ ਤਾਂ ਗੁਰਦੁਆਰੇ ਆਉਂਦੇ ਨੇ। ਇਹ ਗੁਰੂ ਨੂੰ ਮਿਲਣ ਨਹੀਂ ਆਉਂਦੇ, ਇਹ ਸੰਗਤ ਵਿੱਚ ਨਹੀਂ ਆਉਂਦੇ, ਇਹ ਸੰਗਰਾਂਦ ਦੀ ਪੂਜਾ ਕਰਨ ਆਉਂਦੇ ਨੇ, ਸੂਰਜ ਦੇਵਤੇ ਦੀ ਪੂਜਾ ਕਰਨ ਨੇ। ਭਾਈ ਤੁਸੀਂ ਸੂਰਜ ਦੇਵਤੇ ਨੂੰ ਮੰਨਦੇ ਹੋ ਤੇ ਘਰਾਂ ਵਿੱਚ ਬੈਠੇ ਸੂਰਜ ਦੇਵਤੇ ਦੀ ਪੂਜਾ ਕਰਿਓ। ਗੁਰੂ ਕੀ ਗੋਦ ਵਿੱਚ ਬੈਠ ਕੇ ਤੁਸੀਂ ਸੰਗਰਾਂਦ ਦੀ ਪੂਜਾ ਕਰੋ, ਇਹ ਕਿਉਂ ਕਰਦੇ ਤੁਸੀਂ? ਐਡੀ ਸਾਡੀ ਕੌਮ ਦੇ ਇੰਨੇ ਹਜ਼ਾਰਾਂ ਗਿਆਨੀ ਹੋ ਚੁੱਕੇ ਨੇ, ਕੋਈ ਨਹੀਂ ਰੋਕਦਾ ਸਾਨੂੰ, ਕਿਉਂਕਿ ਗਿਆਨੀਆਂ ਨੇ ਆਪਣਾ ਧੰਦਾ ਚਲਾਇਆ ਹੋਇਆ ਵਾ। ਉਹਨਾਂ ਨੂੰ ਪਤਾ ਵੀ ਜੇ ਇਹਨਾਂ ਲੋਕਾਂ ਨੂੰ ਇਹ ਗੱਲਾਂ ਕਹੀਆਂ, ਇਹਨਾਂ ਲੋਕਾਂ ਨੇ ਸਾਨੂੰ ਮੁੜ ਕੇ ਸੱਦਣਾ ਨਹੀਂ ਕਥਾ ਕਰਨ ਵਾਸਤੇ, ਤੇ ਸਾਡਾ ਧੰਦਾ ਹੀ ਬੰਦ ਹੋ ਜਾਣਾ। ਤੇ ਆਪਣਾ ਧੰਦਾ ਚਲਾਓ, ਕੋਈ ਜਾਂਦਾ ਪੁੱਠੇ ਪਾਸੇ ਜਾਣ ਦਿਓ, ਢੱਠੇ ਖੂਹ 'ਚ ਜਾਣ ਦਿਓ, ਅਸੀਂ ਕੀ ਲੈਣਾ? ਸਾਨੂੰ ਤੇ ਚਾਹੀਦਾ ਲਿਫਾਫਾ ਜਿਹਦੇ ਵਿੱਚ 31,000 ਹੋਵੇ ਜਾਂ 21,000 ਹੋਵੇ। ਤੇ ਅਸੀਂ ਕੌਮ ਦੇ ਪੰਥ ਕੋਲੋਂ ਅਸੀਂ ਕੀ ਲੈਣਾ? ਜਿੱਥੇ ਜਾਂਦਾ ਖੂ ਜਾਣ ਦਿਓ। ਤੇ ਮਹਾਰਾਜ ਕਹਿੰਦੇ ਆ ਵੀ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਮੈਂ ਕਹਿ ਰਿਹਾ ਸੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤਿਤ ਜਾਹੇ ਬਹੁ। ਰੋਜ਼ ਵਿਆਹ ਕਰੋ ਗੁਰਦੁਆਰੇ, ਰੋਜ਼ ਵਿਆਹ ਕਰੋ ਸੰਗਤ ਵਿੱਚ। ਸੰਗਰਾਂਦ ਵਾਲੇ ਦਿਨ ਨਾ ਵਿਆਹ ਕਰੋ, ਰੋਜ਼ ਵਿਆਹ ਕਰੋ। ਤੇ ਕਿਹੜੀ ਸੰਗਤ ਵਿੱਚ? ਤਿਤ ਜਾਹੇ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈਏ। ਬਲੋਈਏ ਮੈਨੇ ਰਿੜਕਣਾ, ਜਿੱਥੇ ਕੋਈ ਬੈਠ ਕੇ ਰੱਬ ਦਾ ਨਾਮ ਜਪ ਰਹੀ ਸੰਗਤ ਵਾ ਨਾ, ਮਹਾਰਾਜ ਕਹਿੰਦੇ ਆ ਉੱਥੇ ਵਿਆਹ ਕਰੋ ਤੁਸੀਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਤੇਰਾ ਸੱਦੜਾ ਸੁਨੀਜੇ ਭਾਈ ਜੇ ਕੋ ਬਹਿ ਲਾਏ। ਕੋਈ ਰੱਬ ਦਾ ਪਿਆਰਾ ਬੈਠਾ, ਕੋਈ ਰੱਬ ਨੂੰ ਜਪ ਰਿਹਾ ਨਾ, ਕੋਈ ਸੰਗਤ ਰੱਬ ਨੂੰ ਜਪ ਰਹੀ ਹੈ, ਕੋਈ ਗੁਰੂ ਜਪ ਰਿਹਾ ਹੈ, ਤੇ ਮਹਾਰਾਜ ਕਹਿੰਦੇ ਉੱਥੇ ਬਹਿ ਜਾ ਕਰੋ ਤੁਸੀਂ ਵੀ। ਉੱਥੇ ਨਹੀਂ ਬਹਿਣਾ, ਨਾ ਉੱਥੇ ਬੈਠਾ ਨਹੀਂ ਜਾਂਦਾ। ਗੋਡੇ ਦੁਖਦੇ ਆ ਜੀ, ਵਾਸੀਆਂ ਆਉਂਦੀਆਂ, ਨੀਂਦ ਆਉਂਦੀ ਆ, ਵਿੱਚੋਂ ਫੋਨ ਹੀ ਖੜਕ ਜਾਂਦੇ ਕਈਆਂ ਦੇ, ਤਾਂ ਕਈਆਂ ਨੂੰ ਤਾਂ ਫੋਨ ਹੀ ਨਹੀਂ ਟਿਕਣ ਦਿੰਦਾ ਸੰਗਤ ਵਿੱਚ ਵੀ। ਨਾ ਮਹਾਰਾਜ ਕਹਿੰਦੇ ਸੰਤ ਸਹਾਈ ਰਾਮ ਕੇ।
ਕਰ ਕਿਰਪਾ ਦੀਆ ਮਿਲਾਏ। ਕਿਉਂਕਿ ਸੰਤਾਂ ਤੋਂ ਬਿਨਾਂ, ਸੰਗਤ ਤੋਂ ਬਿਨਾਂ ਗੱਲ ਬਣਦੀ ਨਹੀਂ ਹੈ। ਇੱਕ ਥਾਂ ਤੇ ਮਹਾਰਾਜ ਨੇ ਹੋਰ ਵੀ ਕਿਹਾ ਕਿ ਸੰਤ ਸਹਾਈ ਜੀ ਕੇ ਪਵਜਲ ਤਾਰਨਹਾਰ, ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ। ਜਿਨ੍ਹਾਂ ਸੰਤਾਂ ਨੂੰ ਰੱਬ ਦੇ ਨਾਮ ਨਾਲ ਪਿਆਰ ਵਾ ਨਾ, ਉਹ ਸਭ ਤੋਂ ਉੱਚੇ ਨੇ। ਉਹ ਸਹਾਈ ਹੋ ਸਕਦੇ ਨੇ ਸਾਨੂੰ ਰੱਬ ਨੂੰ ਮਿਲਾਉਣ ਵਿੱਚ। ਉਹ ਸਾਨੂੰ ਆਨੰਦ ਦਿਵਾਉਣ ਵਿੱਚ ਸਹਾਈ ਹੋ ਸਕਦੇ ਨੇ। ਮਹਾਰਾਜ ਫਲਗੁਣ ਆਨੰਦ ਉਪਾਰਜਨਾ, ਸਾਡੇ ਅੰਦਰ ਆਨੰਦ ਪ੍ਰਗਟ ਹੋਇਆ। ਕਿਸ ਤਰ੍ਹਾਂ ਪ੍ਰਗਟ ਹੋਇਆ? ਜਿਸ ਤਰ੍ਹਾਂ ਉਹ ਭਗਤ ਰਾਮਾ ਆਨੰਦ ਜੀ ਨਹੀਂ ਕਹਿੰਦੇ ਕਿ ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਭੰਗ। ਮੇਰੇ ਘਰ ਵਿੱਚ ਆਨੰਦ ਬੱਝ ਗਿਆ ਜਦੋਂ ਮੇਰਾ ਮਨ ਭਟਕਣਾ ਤੋਂ ਰਹਿਤ ਹੋ ਗਿਆ ਨਾ, ਜਦੋਂ ਮੇਰਾ ਮਨ ਕਲਪਨਾ ਤੋਂ ਰਹਿਤ ਹੋ ਗਿਆ। ਤੇ ਕਲਪਨਾ ਤੋਂ ਰਹਿਤ ਜਦੋਂ ਕੁਛ ਕਿਸੇ ਦਾ ਵੀ ਹੋ ਜਾਂਦਾ ਹੈ ਨਾ, ਉਦੋਂ ਆਨੰਦ 'ਚ ਹੋ ਜਾਂਦਾ ਹੈ ਮਨ। ਆ ਜਿਹੜੇ ਲੋਕ ਨਸ਼ਾ ਕਰਦੇ ਆ ਨਾ, ਸ਼ਰਾਬ ਪੀਂਦੇ ਆ ਜਾਂ ਹੋਰ ਕੋਈ ਨਸ਼ਾ ਕਰਦੇ ਆ, ਉਹ ਆਨੰਦ ਹੀ ਲੈਂਦੇ ਆ। ਕਿਉਂ? ਉਦੋਂ ਉਹਨਾਂ ਦਾ ਮਨ ਕੰਮ ਕਰਨ ਤੋਂ ਹਟ ਜਾਂਦਾ ਹੈ, ਵਿਚਾਰ ਦੇਣ ਤੋਂ ਰੁਕ ਜਾਂਦਾ। ਜਦੋਂ ਮਨ ਵਿਚਾਰ ਦੇਣ ਤੋਂ ਰੁਕ ਜਾਵੇ ਨਾ, ਉਦੋਂ ਆਨੰਦ ਬੱਝ ਜਾਂਦਾ ਹੈ। ਤੇ ਮਹਾਰਾਜ ਭਗਤ ਜੀ ਕਹਿੰਦੇ ਨੇ ਕਤ ਜਾਈਏ ਰੇ। ਹੁਣ ਕਿੱਥੇ ਜਾਈਏ? ਕਿਹੜੇ ਤੀਰਥਾਂ ਤੇ ਜਾਈਏ? ਕਿਹੜੀਆਂ ਸੰਗਰਾਂਦਾਂ ਮਨਾਈਏ? ਕਿਹਦੀ ਪੂਜਾ ਕਰੀਏ? ਲੋੜ ਹੀ ਨਹੀਂ ਹੈ। ਪੂਜਾ ਕਰੋ ਨਾ ਨਿਵਾਜ ਗੁਜ਼ਾਰੋ, ਏਕ ਨਿਰੰਕਾਰ ਲੈ ਹਿਰਦੇ ਨਮਸਕਾਰੋ। ਕਤ ਜਾਈਏ ਰੇ ਕਰ ਲਾਗੋ ਰੰਗ। ਭਗਤ ਜੀ ਕਹਿੰਦੇ ਨੇ ਹੁਣ ਸਾਨੂੰ ਲੋੜ ਨਹੀਂ ਕੁਛ ਕਰਨ ਦੀ, ਸਾਡੇ ਘਰ ਵਿੱਚ ਹੀ ਆਨੰਦ ਬੱਝਾ ਹੋਇਆ। ਕਿਸ ਤਰ੍ਹਾਂ ਬੱਝ ਗਿਆ ਆਨੰਦ? ਮੇਰਾ ਚਿੱਤ ਨਾ ਚੱਲੇ ਮਨ ਭਇਓ ਭੰਗ। ਮਨ ਫੁਰਨਿਆਂ ਤੋਂ ਰਹਿਤ ਹੋ ਗਿਆ ਤੇ ਆਨੰਦ ਬੱਝ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਤਿਤ ਜਾਏ ਬਹੁ ਸਤ ਸੰਗਤੀ, ਸਿੱਖਾ ਤੂੰ ਸੰਗਤ ਵਿੱਚ ਵਿਆਹ ਕਰ। ਸੰਗਤ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋਣਾ ਤੇਰਾ। ਤੂੰ ਵਹਿਮ ਭਰਮ ਆਪਣੇ ਕੱਢ ਦੇ। ਜਿਸ ਤਰ੍ਹਾਂ ਕਹਿੰਦੇ ਨੇ ਮੁਕਤ ਪਏ ਸਾਧ ਸੰਗਤ ਕਰ। ਜਿਨ੍ਹਾਂ ਵਿਅਕਤੀਆਂ ਨੇ ਗੁਰੂ ਕੀ ਸੰਗਤ ਕੀਤੀ, ਉਹ ਮਰ ਕਹਿੰਦੇ ਮੁਕਤ ਹੋ ਗਏ। ਉਹਨਾਂ ਨੂੰ ਜ਼ਿੰਦਗੀ 'ਚ ਆਨੰਦ ਬੱਝ ਗਿਆ ਜਿਹੜੇ ਸੰਗਤ ਨਾਲ ਜੁੜ ਗਏ। ਮੁਕਤ ਪਏ ਸਾਰ ਸੰਗਤ ਕਰ, ਤਿਨ ਕੇ ਅਵਗਣ ਸਭ ਪਰ ਹਰਿਆ। ਤੇ ਵੱਡੀ ਬਰਕਤ ਪਤਾ ਕੀ ਆ ਸੰਗਤ ਦੀ? ਕਿ ਜਿਹੜਾ ਬੰਦਾ ਸੰਗਤ ਵਿੱਚ ਬਹਿ ਜਾਂਦਾ ਨਾ, ਉਹ ਰੱਬ ਦੇ ਧਿਆਨ ਵਿੱਚ ਆ ਜਾਂਦਾ ਹੈ। ਇਹ ਬਾਣੀ ਮੰਨਦੀ ਆ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਬੱਸੇ ਜੀਓ। ਜੇ ਹਰੀ ਸੰਗਤ ਵਿੱਚ ਹੁੰਦਾ ਹੈ ਤੇ ਜਿਹੜਾ ਬੰਦਾ ਸੰਗਤ ਵਿੱਚ ਬੈਠਾ ਹੁੰਦਾ, ਉਹ ਰੱਬ ਦੀ ਨਿਗਾਹ 'ਚ ਬੈਠਾ ਹੁੰਦਾ ਹੈ। ਮੁਕਤ ਪਏ ਸਾਧ ਸੰਗਤ ਕਰ, ਤਿਨ ਕੇ ਅਵਗਣ ਸਭ ਪਰ ਹਰਿਆ। ਤਿਨ ਕੋ ਦੇਖ ਪਏ ਕਿਰਪਾਲਾ। ਉਹਨੂੰ ਰੱਬ ਵੇਖਦਾ ਹੈ। ਜਿਹੜਾ ਸੰਗਤ ਵਿੱਚ ਬਹਿੰਦਾ ਹੈ ਨਾ, ਉਹਨੂੰ ਰੱਬ ਵੇਖਦਾ ਵੀ ਇਹ ਮੇਰੀ ਸਭਾ ਜਾਣ ਕੇ ਬਹਿ ਗਿਆ। ਵੇਖੋ ਹੁਣ ਜਦੋਂ ਕੋਈ ਮੰਤਰੀ ਇਕੱਠ ਕਰੇ ਨਾ, ਤੇ ਜਦੋਂ ਮੰਤਰੀ ਆਪਣੇ ਬੰਦਿਆਂ ਨੂੰ ਵੇਖਦਾ ਕਿ ਮੇਰੇ ਬੰਦੇ ਆਣ ਕੇ ਮੇਰੇ ਸਾਹਮਣੇ ਬਹਿ ਗਏ ਨੇ, ਤੇ ਮੰਤਰੀ ਖੁਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਸੰਗਤ ਵਿੱਚ ਬਹਿੰਦਾ, ਫਿਰ ਰੱਬ ਬੜਾ ਖੁਸ਼ ਹੁੰਦਾ ਕਿ ਮੇਰੀ ਸਭਾ 'ਚ ਆਣ ਕੇ ਬਹਿ ਗਿਆ ਹੈ, ਇਹ ਹੁਣ ਮੇਰਾ ਹੋ ਗਿਆ। ਤੇ ਮਹਾਰਾਜ ਕਹਿੰਦੇ ਨੇ ਮੁਕਤ ਪਏ ਸਾਧ ਸੰਗਤ ਕਰ, ਤਿਨ ਕੇ ਅਵਗਣ ਸਭ ਪਰ ਹਰਿਆ। ਤਿਨ ਕੋ ਦੇਖ ਪਏ ਕਿਰਪਾਲਾ। ਰੱਬ ਨੂੰ ਵੇਂਦਾ ਹੈ ਤੇ ਨਿਰਾ ਵੇਂਦਾ ਹੀ ਨਹੀਂਗਾ। ਤਿੰਨ ਪੋ ਸਾਗਰ ਤਰਿਆ। ਮਹਾਰਾਜ ਕਹਿੰਦੇ ਉਹ ਸੰਸਾਰ ਹੀ ਤਰ ਜਾਂਦੇ ਨੇ ਜਿਹੜੇ ਸੰਗਤ ਵਿੱਚ ਬਹਿ ਜਾਂਦੇ ਨੇ। ਸੰਗਤ ਇੱਕ ਬੇੜੀ ਆ, ਸੰਗਤ ਇੱਕ ਤੁਲਹਾ ਹੈ ਜਿੱਥੋਂ ਪਾਰ ਹੋਇਆ ਜਾ ਸਕਦਾ। ਤੇ ਅੱਜ ਅਸੀਂ ਸੰਗਤ ਤੋਂ ਟੁੱਟੇ ਹੋਏ ਹਾਂ, ਤੇ ਤਾਂ ਹੀ ਇਹ ਸਾਡੀ ਹਾਲਤ ਬਣੀ ਹੋਈ ਹੈ। ਮਹਾਰਾਜ ਕਹਿੰਦੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਜਦੋਂ ਸੰਤ ਮਿਲੇ, ਜ਼ਿੰਦਗੀ 'ਚ ਆਨੰਦ ਬੱਝ ਗਿਆ। ਫਿਰ ਹੋਇਆ ਕੀ? ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਈ ਜਾਏ। ਜਾਏ ਕਹਿੰਦੇ ਨੇ ਜਗ੍ਹਾ ਨੂੰ। ਮਹਾਰਾਜ ਕਹਿੰਦੇ ਜਿੱਥੇ ਅੱਗੇ ਸਾਡੇ ਅੰਦਰ ਦੁੱਖ ਹੀ ਦੁੱਖ ਸਨ, ਉੱਥੇ ਆਨੰਦ ਪ੍ਰਗਟ ਹੋ ਗਿਆ। ਜਿਸ ਤਰ੍ਹਾਂ ਕਹਿੰਦੇ ਆ ਨਾ ਵੀ ਰੁੱਖ ਦੇ ਥੱਲੇ ਰੁੱਖ ਨਹੀਂ ਉੱਗਦਾ।
ਜੇ ਰੁੱਖ ਬਹੁਤ ਵੱਡਾ ਹੋ ਜੇ ਨਾ, ਜਿੱਦਾਂ ਪਿੱਪਲ ਬੋੜ, ਉਹਨਾਂ ਥੱਲੇ ਘਾਹ ਵੀ ਨਹੀਂ ਉਗਦਾ। ਤੇ ਜਦੋਂ ਸਿਰ ਦੇ ਵਿੱਚ ਆਨੰਦ ਪ੍ਰਗਟ ਹੋ ਜੇ, ਆਨੰਦ ਪਿਆ ਵਡਭਾਗੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਤੇ ਮਹਾਰਾਜ ਕਹਿੰਦੇ ਨੇ ਸੇਜ ਸੁਹਾਵੀ ਹਿਰਦਾ ਇੱਕ ਸਾਡੀ ਸੇਜਾ ਵਾ, ਇਹ ਦੁੱਖਾਂ ਨਾਲ ਭਰੀ ਪਈ ਸਾਡੀ ਸੇਜ ਵਾ। ਦੁੱਖ ਕੀਆਂ ਪੰਡਾਂ ਨਿਖਲਿਓ, ਦੁਖੀ ਦੁਨੀ ਸਹੇੜੀਏ ਜਾਏ ਤਾਂ ਲੱਗੇ ਦੁੱਖ। ਦੁੱਖ ਤੋਂ ਬਿਨਾਂ ਸੰਸਾਰ ਉੱਤੇ ਕੱਖ ਨਹੀਂ ਹੈ। ਤੇ ਮਹਾਰਾਜ ਕਹਿੰਦੇ ਹੁਣ ਸਾਨੂੰ ਤਾਂ ਆਨੰਦ ਵੱਜ ਗਿਆ, ਅਸੀਂ ਦੁਖੀ ਕਿੱਥੋਂ ਹੁੰਦੇ ਆ? ਕਿਸੇ ਨੇ ਸਾਨੂੰ ਕੌੜਾ ਬੋਲ ਕਹਿਤਾ ਅਸੀਂ ਦੁਖੀ ਹੋ ਗਏ। ਜੇ ਸਾਨੂੰ ਕਿਸੇ ਨੇ ਕਹਿਤਾ ਬੱਲੇ ਬੱਲੇ ਬੜੇ ਬੜੇ ਤੁਸੀਂ ਤੇ ਬੜੇ ਤੁਸੀਂ ਹੋ, ਤੇ ਅਸੀਂ ਫੁੱਲ ਗਏ, ਬੱਲੇ ਬੱਲੇ ਅਸੀਂ ਸੁਖੀ ਹੋ ਗਏ। ਜੇ ਸਾਨੂੰ ਕਿਸੇ ਨੇ ਮਾੜਾ ਬੋਲਤਾ ਅਸੀਂ ਦੁਖੀ ਹੋ ਗਏ। ਜੇ ਸਾਨੂੰ ਕਹਿਤਾ ਵੀ ਬੱਲੇ ਬੱਲੇ ਤੁਹਾਡੇ ਵਰਗਾ ਤੇ ਬੰਦਾ ਹੀ ਕੋਈ ਨਹੀਂ, ਅਸੀਂ ਸੁਖੀ ਹੋ ਜਾਂਦੇ। ਸਾਡੇ ਦੁੱਖ ਸੁੱਖ ਦੀ ਚਾਬੀ ਦੂਜਿਆਂ ਦੇ ਹੱਥ ਵਿੱਚ ਆ। ਲੋਕੀ ਸਾਨੂੰ ਦੁਖੀ ਕਰਦੇ ਨੇ ਤੇ ਲੋਕੀ ਸਾਨੂੰ ਸੁਖੀ ਕਰਦੇ ਨੇ, ਤੇ ਸਾਡਾ ਆਪਣਾ ਕੁਝ ਵੀ ਨਹੀਂਗਾ। ਕਿਸੇ ਦੇ ਕਹਿਣ ਤੇ ਅਸੀਂ ਦੁਖੀ ਹੋ ਜਾਂਦੇ ਆ, ਕਿਸੇ ਦੇ ਕਹਿਣ ਤੇ ਅਸੀਂ ਸੁਖੀ ਹੋ ਜਾਂਦੇ, ਸਾਡਾ ਆਪਣਾ ਕੱਖ ਵੀ ਨਹੀਂ ਹੈ। ਜਦੋਂ ਸਾਡੇ ਦੁੱਖ ਸੁੱਖ ਦੀ ਚਾਬੀ ਉਹਨਾਂ ਲੋਕਾਂ ਦੇ ਹੱਥ ਵਿੱਚ ਆ, ਨਾ 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 ਨਾ। ਮਹਾਰਾਜ ਕਹਿੰਦੇ ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾ ਹੀ ਜਾਏ। ਉੱਥੇ ਮੁੜ ਕੇ ਦੁੱਖ ਨਹੀਂ ਹੈ, ਜਗ੍ਹਾ ਹੀ ਨਹੀਂ ਹੈ। ਹੁਣ ਦੁੱਖਾਂ ਨਾ ਹੀ ਜਾਏ। ਭਾਈ ਤਾਰੂ ਸਿੰਘ ਨੂੰ ਆਇਆ ਦੁੱਖ ਕੋਈ, ਭਾਈ ਮਤੀ ਦਾਸ ਸਤੀ ਦਾਸ ਨੂੰ ਕੋਈ ਦੁੱਖ ਆਇਆ ਮੁੜ ਕੇ? ਭਾਵੇਂ ਆਰਾ ਚੱਲਿਆ, ਦੁੱਖ ਨਹੀਂ ਆਇਆ, ਕਿਉਂਕਿ ਦੁੱਖ ਵਾਲੀ ਜਗ੍ਹਾ ਹੀ ਨਹੀਂ ਗਾ। ਅੱਜ ਤੇ ਛੋਟੇ ਛੋਟੇ ਗੱਲਾਂ ਪਿੱਛੇ ਰੋ ਪੈਂਦੇ ਆ, ਦੁਖੀ ਹੋ ਜਾਂਦੇ ਆ। ਆ ਕੋਈ ਟ੍ਰੇਨ ਤੇ ਚੜਾਉਣ ਜਾਵੇ ਆਪਣੇ ਘਰ ਦਾ ਜੀਵ, ਉਹ ਤੁਰਨ ਲੱਗੇ ਰੋਣ ਲੱਗ ਪੈਂਦੇ। ਜੇ ਕੋਈ ਪਲੇਨ ਤੇ ਚੜਾਉਣ ਜਾਵੇ ਤੇ ਉੱਥੇ ਰੋ ਪੈਂਦੇ ਆ। ਅਜੇ 4 ਘੰਟਿਆਂ ਨੂੰ ਫੇਰ ਫੋਨ ਆ ਜਾਣਾ ਮੈਂ ਪਹੁੰਚ ਗਿਆ, ਉੱਥੇ ਲੋਕੀ ਰੋਣ ਲੱਗ ਪੈਂਦੇ। ਪਰ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਆਪਣੇ ਵੱਡੇ ਸਾਹਿਬਜ਼ਾਦੇ ਨੂੰ ਬਰਛਾ ਫੜਾ ਰਹੇ ਨੇ, ਤੇ ਸਾਹਮਣੇ ਢੇਰ ਲੱਗੇ ਹੋਏ ਨੇ ਲਾਸ਼ਾਂ ਦੇ, ਜਿੱਥੇ ਜਾਣਾ ਸਾਹਮਣੇ ਮੌਤ ਹੈ। ਤੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਬਰਛਾ ਫੜਾ ਰਹੇ ਨੇ, ਬਰਛਾ ਅਜੀਤ ਸਿੰਘ ਨੂੰ। ਅੱਜ ਸ਼ਾਇਦ ਉਹਨਾਂ ਦਾ ਖਣੀ ਕਿ ਕੱਲ੍ਹ ਲੰਘਿਆ ਜਨਮ ਦਿਹਾੜਾ। ਉੱਥੇ ਦੁੱਖ ਨਹੀਂ ਆ। ਕਿੱਥੇ? ਫਲਗੁਣ ਆਨੰਦ ਉਪਾਰਜਨਾ, ਜਿੱਥੇ ਆਨੰਦ ਪ੍ਰਗਟ ਹੋ ਗਿਆ, ਜਿਸ ਹਿਰਦੇ ਵਿੱਚ ਆਨੰਦ ਆ ਗਿਆ। ਤੇ ਆਨੰਦ ਕਿਵੇਂ ਆ ਗਿਆ? ਮਹਾਰਾਜ ਕਹਿੰਦੇ ਨੇ ਉਹ ਆਇਆ ਸੰਗਤ ਵਿੱਚ ਬਹਿ ਕੇ। ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈਏ। ਤੇ ਮਹਾਰਾਜ ਕਹਿੰਦੇ ਫਿਰ ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀ ਜਾਏ। ਜਾਏ ਕਹਿੰਦੇ ਨੇ ਜਗ੍ਹਾ ਨੂੰ, ਜਦੋਂ ਜਗ੍ਹਾ ਹੀ ਨਹੀਂ ਗਈ। ਕਹਿੰਦੇ ਨਾ ਵੀ ਜਦੋਂ ਇੱਕ ਬਾਲਟੀ ਤੁਸੀਂ ਮਿੱਟੀ ਦੀ ਭਰ ਦਿਓ, ਉਹਦੇ 'ਚ ਹੁਣ ਰੇਤਾ ਨਹੀਂ ਪੈਣੀ, ਉਹਦੇ 'ਚ ਪੱਥਰ ਨਹੀਂ ਪੈਣੇ, ਕਿਉਂਕਿ ਉੱਥੇ ਜਗ੍ਹਾ ਹੀ ਨਹੀਂ ਹੈ। ਜਦੋਂ ਹਿਰਦਾ ਆਨੰਦ ਨਾਲ ਭਰ ਜਾਂਦਾ ਹੈ, ਜਦੋਂ ਅੰਦਰ ਆਨੰਦ ਪ੍ਰਗਟ ਹੋ ਜਾਂਦਾ ਹੈ, ਤੇ ਫਿਰ ਕੋਈ ਬੰਦਾ ਉਸ ਨੂੰ ਦੁਖੀ ਨਹੀਂ ਕਰ ਸਕਦਾ। ਇਹਦੀ ਨਿਸ਼ਾਨੀ ਹੈ। ਤੇ ਅਗਲਾ ਬਚਨ ਸੀ ਇਸ਼ ਪੁੰਨੀ ਵੱਡ ਭਾਗਣੀ। ਮੇਰੀ ਇੱਕ ਇੱਛਾ ਸੀ, ਉਹ ਮੇਰੀ ਪੂਰੀ ਹੋ ਗਈ ਆ। ਤੇ ਇੱਛਾ ਕੀ ਸੀ ਤੁਹਾਡੀ? ਮਰ ਕਹਿੰਦੇ ਇਸ਼ ਪੁੰਨੀ ਵੱਡ ਭਾਗਣੀ, ਵਰ ਪਾਇਆ ਹਰ ਰਾਏ। ਮੇਰੀ ਇੱਛਾ ਸੀ ਮੈਨੂੰ ਵਰ ਮਿਲੇ, ਮੇਰੀ ਇੱਛਾ ਸੀ ਮੈਨੂੰ ਖਸਮ ਮਿਲੇ, ਪਤੀ ਮਿਲੇ, ਮਾਲਕ ਮਿਲੇ, ਪਰਮੇਸ਼ਰ ਮਿਲੇ। ਉਹ ਮੇਰੀ ਪੂਰੀ ਹੋ ਗਈ। ਤੇ ਅਸੀਂ ਗੁਰਦੁਆਰੇ ਤੇ ਇਦਾਂ ਦੀ ਇੱਛਾ ਲੈ ਕੇ ਆਉਂਦੇ ਹੀ ਨਹੀਂ। ਅਸੀਂ ਤੇ ਗੁਰੂ ਅੱਗੇ ਕਦੀ ਅਰਦਾਸ ਕਰਦੇ ਨਹੀਂ ਕਿ ਬਾਬਾ ਲਗਨ ਗਣਾਏ ਹੰਪੀ ਵੰਜਾਂ ਸਹੁਰੇ ਬਲਾਮ। ਕੋਈ ਸਾਡਾ ਵੀ ਲਗਨ ਕੱਢੋ, ਸਾਨੂੰ ਵੀ ਕੋਈ ਸਹੁਰੇ ਭੇਜੋ। ਇਹ ਤੇ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹੀ ਨਹੀਂ। ਬਾਬਾ ਲਗਨ ਗਣਾਏ, ਲਗਨ ਗਣਾਏ ਕਹਿੰਦੇ ਨੇ ਸਾਹਾ ਮਿਥਨਾ। ਐ ਗੁਰੂ, ਐ ਸੱਚੇ ਪਾਤਸ਼ਾਹ, ਕੋਈ ਸਾਡਾ ਵੀ ਲਗਨ ਕਰੋ, ਸਾਡੀ ਵੀ ਆਤਮਾ ਨੂੰ ਪਰਮਾਤਮਾ ਦੇ ਨਾਲ ਵਿਆਹੋ। ਵਿਆਹ ਦਾ ਮਤਲਬ ਹੁੰਦਾ ਜਿੱਥੇ ਦੋ ਚੀਜ਼ਾਂ ਮਿਲ ਜਾਣ। ਆਤਮਾ ਤੇ ਪਰਮਾਤਮਾ ਜਿੱਥੇ ਮਿਲਦਾ ਹੈ ਨਾ, ਉਸ ਦਾ ਨਾਮ ਆ ਵਿਆਹ। ਉਹ ਅਸੀਂ ਦੁਨੀਆਦਾਰਾਂ ਨੇ ਆ ਦੋ ਸਰੀਰਾਂ ਦੇ ਮਿਲਣ ਨੂੰ ਵੀ ਵਿਆਹ ਕਹਿ ਦਿੱਤਾ। ਦੋ ਸਰੀਰ ਮਿਲ ਗਏ ਨੇ, ਦੋ ਪਰਿਵਾਰ ਮਿਲ ਗਏ ਨੇ, ਵਿਆਹ ਹੋ ਗਿਆ ਜੀ। ਤੇ ਪਰ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ। ਇਹ ਵਿਆਹ ਸ਼ਬਦ ਜਿਹੜਾ ਹੈ ਧਾਰਮਿਕ ਵਾ। ਵਿਆਹ ਮੈਨੇ ਜਿੱਥੇ ਆਤਮਾ ਪਰਮਾਤਮਾ 'ਚ ਮਿਲ ਜੇ, ਉਸ ਅਵਸਥਾ ਨੂੰ ਕਹਿੰਦੇ ਨੇ ਇਹ ਵਿਆਹ ਹੋ ਗਿਆ, ਮਿਲਣ ਹੋ ਗਿਆ।
ਮਹਾਰਾਜ ਕਹਿੰਦੇ ਇਸ਼ ਪੁਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ। ਮੇਰੀ ਇੱਛਾ ਸੀ ਮੈਨੂੰ ਵਰ ਮਿਲੇ, ਮੇਰਾ ਪਤੀ ਮਿਲੇ ਮੈਨੂੰ। ਤੇ ਮਹਾਰਾਜ ਕਹਿੰਦੇ ਉਹ ਮੇਰਾ, ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਜਾਰ ਵੇ ਨਿਤ ਸੁਖ ਸਖੇਂਦੀ, ਮੈਂ ਸੁਖਣਾ ਸੁਖਦੀ ਸੀ। ਜਿੱਦਾਂ ਆਪਾਂ ਨਹੀਂ ਸੁਖਣਾ ਸੁਖ ਲੈਂਦੇ, ਮੇਰਾ ਕੰਮ ਹੋ ਜੇ ਮੈਂ ਅਖੰਡ ਪਾਠ ਸਾਹਿਬ ਕਰਾਊਂਗਾ, ਮੇਰਾ ਆ ਹੋ ਜੇ ਮੈਂ ਲੰਗਰ ਲਾ ਦੂੰਗਾ, ਆਪਾਂ ਸੁਖਣਾ ਸੁਖਦੇ ਹਾਂ। ਤੇ ਗੁਰੂ ਅਰਜਨ ਦੇਵ ਕਹਿੰਦੇ ਮੈਂ ਵੀ ਇੱਕ ਸੁਖਣਾ ਸੁਖਦਾ ਸੀ। ਜਾਰ ਵੇ ਨਿਤ ਸੁਖ ਸਖੇਂਦੀ ਸਾਬ ਮੈਂ ਪਾਈ, ਉਹ ਮੇਰੀ ਇੱਛਾ ਪੂਰੀ ਹੋ ਗਈ, ਮੇਰੀ ਸੁਖਣਾ ਪੂਰੀ ਹੋ ਗਈ। ਕਹਿੰਦੇ ਸੁਖਣਾ ਸੁਖੀ ਹੀ ਤੇ ਸੁਖਣਾ ਲਾਉਣ ਚੱਲੇ ਆ। ਗੁਰੂ ਅਰਜਨ ਦੇਵ ਕਹਿੰਦੀ ਗੁਰੂ ਅਰਜਨ ਦੇਵ ਕਹਿੰਦੇ ਮੈਂ ਵੀ ਇੱਕ ਸੁਖਣਾ ਸੁਖਦਾ ਹੁੰਦਾ ਸੀ। ਉਹ ਕਿਹੜੀ ਸੀ? ਜਾਰ ਵੇ ਨਿਤ ਸੁਖ ਸਖੇਂਦੀ ਸਾਬ ਮੈਂ ਪਾਈ, ਵਰ ਲੋੜੀਂਦਾ ਆਇਆ, ਮੈਨੂੰ ਵਰ ਮਿਲਿਆ, ਮੈਨੂੰ ਪਤੀ ਮਿਲਿਆ, ਮੈਨੂੰ ਪਰਮੇਸ਼ਰ ਮਿਲਿਆ। ਵਰ ਲੋੜੀਂਦਾ ਆਇਆ ਵੱਜੀ ਵਧਾਈ, ਆਨੰਦ ਹੀ ਵੱਜ ਗਿਆ। ਮਹਾ ਮੰਗਲ ਰਹਿਸ ਥੀਆ, ਪਿਰ ਦਿਆਲ ਸਦ ਨਵ ਰੰਗੀਆ, ਵੱਡ ਭਾਗ ਪਾਇਆ ਗੁਰ ਮਿਲਾਇਆ, ਸਾਧ ਕੇ ਸਤ ਸੰਗੀਆ। ਮਹਾਰਾਜ ਕਹਿੰਦੇ ਇਹ ਗੁਰੂ ਨੇ ਕਿਰਪਾ ਕੀਤੀ ਆ। ਮੈਂ ਗੁਰੂ ਅੱਗੇ ਅਰਦਾਸ ਕਰਦੀ ਸੀ ਕਿ ਮੈਨੂੰ ਵੀ ਮੇਰਾ ਪਤੀ ਮਿਲੇ, ਮੈਨੂੰ ਮੇਰਾ ਵਰ ਮਿਲੇ, ਮੈਨੂੰ ਮੇਰਾ ਖਸਮ ਮਿਲੇ। ਤੇ ਜਾਰ ਵੇ ਨਿਤ ਸੁਖ ਸਖੇਂਦੀ ਸਾ ਮੈਂ ਪਾਈ, ਮੇਰੀ ਵੇਖੋ ਜੇ ਸਾਡੀਆਂ ਦੁਨੀਆਦਾਰਾਂ ਦੀਆਂ ਗੁਰੂ ਇੱਛਾ ਸੁਖਣਾ ਪੂਰੀਆਂ ਕਰ ਦਿੰਦਾ ਤੇ ਮੁੜ ਕੇ ਅਸੀਂ ਸੁਖਣਾ ਲਾਉਨੇ ਆ। ਤੇ ਜਦੋਂ ਭਗਤ ਸੁਖਣਾ ਸੁਖਦੇ ਨੇ ਰੱਬ ਦੇ ਅੱਗੇ, ਜਦੋਂ ਪਿਆਰੇ ਉਹਦੇ ਸੁਖਣਾ ਸੁਖਦੇ ਨੇ ਵੀ ਜਾਰ ਵੇ ਨਿਤ ਸੁਖ ਸਖੇਂਦੀ ਸਾ ਮੈਂ ਪਾਈ, ਉਹ ਸੁਖਣਾ ਕਿਹੜੀ ਸੀ? ਵਰ ਲੜੀਂਦਾ ਆਇਆ ਮਨ, ਵਰ ਲੜੀਂਦਾ ਆਇਆ ਵੱਜੀ ਵਧਾਈ। ਤੇ ਜਦੋਂ ਵੇਖੋ ਪਤੀ ਮਿਲਿਆ ਨਾ, ਤੇ ਇਸਤਰੀ ਵਾਸਤੇ ਉਹਦੀ ਉਹ ਵਧਾਈਆਂ ਵਾਲੀ ਅਵਸਥਾ ਹੈ। ਉਹਨੂੰ ਉਹ ਬੜਾ ਖੁਸ਼ ਹੁੰਦੀ ਵੀ ਪਤੀ ਮਿਲ ਗਿਆ। ਤੇ ਜਿਹਨੂੰ ਰੱਬ ਮਿਲ ਜੇ ਉਹਦੇ ਅੰਦਰ ਕਿੰਨਾ ਕੁ ਆਨੰਦ ਹੋਊਗਾ। ਇੱਕ ਦੁਨਿਆਵੀ ਇਸਤਰੀ ਮਿਲਦੀ ਹੈ ਤੇ ਬੜੇ ਢੋਲ ਢਮੱਕੇ ਹੁੰਦੇ ਨੇ, ਬੜੇ ਬਾਜੇ ਵੱਜਦੇ ਨੇ। ਤੇ ਜਦੋਂ ਰੱਬ ਮਿਲਦਾ ਹੈ, ਜਦੋਂ ਪਤੀ ਮਿਲਦਾ ਹੈ, ਪਰਮੇਸ਼ਰ ਮਿਲਦਾ ਹੈ, ਉੱਥੇ ਕਿੰਨਾ ਕੁ ਆਨੰਦ ਹੋਊਗਾ, ਕੈਸੀ ਅਵਸਥਾ ਹੋਏਗੀ। ਤੇ ਜਦੋਂ ਵਿਆਹ ਹੁੰਦਾ ਨਾ, ਤੇ ਲੋਕੀ 2-3 ਦਿਨ ਪਹਿਲਾਂ ਗਾਉਣਾ ਸ਼ੁਰੂ ਕਰ ਦਿੰਦੇ ਨੇ। ਤੇ ਜਦੋਂ ਕਿਸੇ ਦੇ ਘਰ ਗਾਇਆ ਜਾਵੇ ਤੇ ਪਤਾ ਲੱਗ ਜਾਂਦਾ ਵੀ ਇੱਥੇ ਆਨੰਦ ਵਾ। ਤੇ ਜਦੋਂ ਵੈਣ ਪੈਣ ਤੇ ਪਤਾ ਲੱਗ ਜਾਂਦਾ ਵੀ ਇਸ ਘਰ ਦੇ ਵਿੱਚ ਕੋਈ ਦੁੱਖ ਵਾ। ਇਹ ਗਾਉਣਾ ਇੱਕ ਆਨੰਦ ਦੀ ਨਿਸ਼ਾਨੀ ਆ। ਤੇ ਵਿਆਹ ਤੋਂ ਪਹਿਲਾਂ ਕੁੜੀ ਵਾਲੇ ਘਰ ਵੀ ਗਾਇਆ ਜਾਂਦਾ, ਤੇ ਵਿਆਹ ਤੋਂ ਪਹਿਲਾਂ ਮੁੰਡੇ ਘਰ ਵੀ ਗਾਇਆ ਜਾਂਦਾ। ਤੇ ਇਹ ਗਾਉਣਾ ਇੱਕ ਆਨੰਦ ਦਾ ਪ੍ਰਤੀਕ ਹੈ। ਤੇ ਜਦੋਂ ਰੱਬ ਪ੍ਰਗਟ ਹੁੰਦਾ ਹੈ, ਉਦੋਂ ਪਤਾ ਫਿਰ ਕੀ ਅਵਸਥਾ ਹੁੰਦੀ ਹੈ। ਬੈ ਸਖੀਆਂ ਜਸ ਗਾਵੇ, ਉਦੋਂ ਉਹਦੀ ਨਿਸ਼ਾਨੀ ਹੁੰਦੀ ਆ। ਉਹ ਫਿਰ ਜਿੱਦਾਂ ਉਹ ਗੀਤ ਗਾਉਂਦੇ ਨੇ ਨਾ, ਫਿਰ ਉਹ ਵੀ ਗੀਤ ਗਾਉਂਦੀਆਂ ਉਹਦੇ ਘਰ ਵੇ, ਉਹ ਵੀ ਸੰਗਤ ਵਿੱਚ ਬੈਠ ਕੇ ਗੀਤ ਗਾਉਂਦੇ ਨੇ। ਬੈ ਸਖੀਆਂ ਜਸ ਗਾਵੇ ਗਾਵਣ ਹਾਰੀਆਂ, ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆਂ, ਹੋਂ ਬਲ ਜਾਵਾਂ ਗੁਰਦਾਰਾਦ ਗੁਰ ਦੇਖਣ ਹਾਰੀਆਂ। ਤੇ ਮਹਾਰਾਜ ਕਹਿੰਦੇ ਮਹਾ ਮੰਗਲ ਰਹਿਸ ਥੀਆ, ਪਿਰ ਦਿਆਲ ਸਦ ਨਵ ਰੰਗੀਆਂ। ਇਹ ਜਿਹੜਾ ਇੱਕ ਇਹ ਧੀ ਨੂੰ ਵਰ ਮਿਲਦਾ ਹੈ, ਉਹਦਾ ਕੋਈ ਪਤਾ ਨਹੀਂ ਕਦੋਂ ਉਹਦਾ ਰਡੇਪਾ ਆ ਜੇ, ਕਦੋਂ ਵਿਧਵਾ ਹੋ ਜੇ। ਤੇ ਜਿਹੜਾ ਅੰਦਰੋਂ ਆਨੰਦ ਮਿਲਦਾ ਹੈ ਨਾ, ਜਿਹੜਾ ਅੰਦਰੋਂ ਪਤੀ ਮਿਲਦਾ ਹੈ, ਬਾਬਾ ਲੱਗਣ ਗਣਾਏ ਹੰਪੀ ਬੰਜਾਂ ਸਹੁਰੇ ਬਲਰਾਮ ਜੀਓ। ਤੇ ਜਦੋਂ ਉਹ ਵਰ ਮਿਲਦਾ ਹੈ ਨਾ, ਮਹਾਰਾਜ ਕਹਿੰਦੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਨਾ ਕਦੇ ਮਰੇ ਨਾ ਜਾਇਆ। ਉਹਨੇ ਮਰਨਾ ਨਹੀਂ ਹੈ। ਦੁਨੀਆਪਤੀ ਆ ਵੇਖੋ ਹੁਣ ਸਾਡੀਆਂ ਕਿੰਨੀਆਂ ਮਾਤਾਵਾਂ ਭੈਣਾਂ ਧੀਆਂ ਕਿੰਨੀਆਂ ਵਿਧਵਾ ਹੋ ਜਾਂਦੀਆਂ ਨੇ, ਪਤੀ ਮਰ ਜਾਂਦਾ ਹੈ। ਪਰ ਜਦੋਂ ਰੱਬ ਮਿਲਦਾ ਹੈ, ਰੱਬ ਪਤੀ ਬਣਦਾ ਹੈ ਨਾ, ਜਿੱਦਾਂ ਕਬੀਰ ਨੇ ਕਿਹਾ ਨਾ ਕਿ ਤੁਮੇ ਸੁਕੰਤ ਨਾਰ ਹਮ ਸੋਈ। ਤੇ ਜਦੋਂ ਪਤੀ ਮਿਲਦਾ ਹੈ, ਕੈਸਾ ਆਨੰਦ ਹੁੰਦਾ ਹੈ। ਤੇ ਮਹਾ ਮੰਗਲ ਰਹਿ ਸਤੀਆ, ਪਿਰ ਦਿਆਲ ਸਦ ਨਵ ਰੰਗੀਆਂ, ਵੱਡ ਭਾਗ ਪਾਇਆ ਗੁਰ ਮਿਲਾਇਆ, ਸਾਧ ਕੇ ਸਤ ਸੰਗੀਆਂ, ਆਸਾ ਮਨਸਾ ਸਗਲ ਪੂਰੀ, ਮੇਰੀ ਪਿਰ ਅੰਕ ਅੰਕ ਮਲਾਈ, ਬਿਨਵੰਤ ਨਾਨਕ ਸੁਖ ਸਖੇਂਦੀ। ਮੈਂ ਸੁਖਣਾ ਸੁਖਦੀ ਸੀ,
ਕਿਉਂਕਿ ਜਦੋਂ ਜਦੋਂ ਧੀ ਜਵਾਨ ਹੁੰਦੀ ਆ ਫਿਰ ਬਾਪ ਦੀ ਵੀ ਇੱਛਾ ਹੁੰਦੀ ਆ ਕਿ ਮੇਰੀ ਧੀ ਵਿਆਹੀ ਜਾਵੇ। ਤੇ ਅਸੀਂ ਸਾਰੀ ਜ਼ਿੰਦਗੀ ਗੁਰੂ ਦਰ ਆਉਂਦੇ ਰਹਿ ਗਏ, ਅਸੀਂ ਕਦੇ ਗੁਰੂ ਨੂੰ ਅਰਦਾਸ ਕੀਤੀ ਨਹੀਂ ਗੁਰੂ ਅੱਗੇ ਕਿ ਸਾਨੂੰ ਵੀ ਕੋਈ ਮਿਲਾ। ਤੂੰ ਬਾਬਲ ਹੈ ਮੇਰਾ, ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭਾਰਾ। ਬਾਬਲ ਦਿੱਤੜੀ ਦੂਰ ਹਰ ਪ੍ਰਭ ਮੇਰੇ ਬਾਬਲਾ, ਮੈਂ ਦੇਵੋ ਦਾਜ ਮੈਂ ਦਾਨੋ। ਹਰ ਕੱਪੜੋ ਹਰ ਸੋਭਾ ਦਿਓ, ਜਿਤ ਸਵਰੇ ਮੇਰਾ ਕਾਜੋ। ਮੈਨੂੰ ਵੀ ਦਾਜ ਦੇ, ਮੈਨੂੰ ਵੀ ਕੋਈ ਪਤੀ ਮਿਲਾ। ਗੁਰੂ ਅੱਗੇ ਅਰਦਾਸ ਅਸੀਂ ਕਰਦੇ ਹੀ ਨਹੀਂ। ਅਸੀਂ ਤਾਂ ਦੁਨੀਆ ਦੇ ਚੱਕਰ ਜੀ ਘੁੰਮੀ ਜਾਂਦੇ ਹਾਂ ਕਿ ਮੁੰਡਾ ਬਾਹਰ ਚਲ ਜੇ, ਮੁੰਡਾ ਪਾਸ ਹੋ ਜੇ, ਸੁਖਣਾ ਸੁਖ ਬਹਿੰਦੇ ਆ। ਮਰ ਕਹਿੰਦੇ ਨਾ ਨਾ ਨਾ, ਬਿਨਵੰਤ ਨਾਨਕ ਸੁਖ ਸਖੇਂਦੀ ਸਾ ਮੈਂ ਗੁਰ ਮਿਲ ਪਾਈ। ਮੇਰੀ ਸੁਖਣਾ ਸੀ ਤੇ ਬਾਹਰ ਕਹਿੰਦੇ ਉਹ ਸੁਖਣਾ ਕਿਸ ਤਰ੍ਹਾਂ ਪੂਰੀ ਹੋਈ? ਇਸ਼ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ। ਤੇ ਜਦੋਂ ਮੈਂ ਕਹਿ ਰਿਹਾ ਜਦੋਂ ਪਤੀ ਮਿਲਦਾ ਹੈ ਨਾ ਫਿਰ ਉਸ ਘਰ ਵਾਜੇ ਵੱਜਦੇ ਨੇ। ਜਦੋਂ ਵਿਆਹ ਹੁੰਦਾ ਫਿਰ ਉੱਥੇ ਗੀਤ ਗਾਏ ਜਾਂਦੇ ਨੇ। ਮਿਲ ਸਹੀਆਂ ਮੰਗਲ ਗਾਵਈ ਗੀਤ ਗੋਬਿੰਦ ਅਲਾਏ। ਬਹਿ ਸਖੀਆਂ ਜਸ ਗਾਵੇ ਗਾਵਣ ਹਾਰੀਆਂ। ਫਿਰ ਉੱਥੇ ਰੋਣਾ ਨਹੀਂ ਹੈ, ਉਸ ਜ਼ਿੰਦਗੀ ਵਿੱਚ ਰੋਣਾ ਧੋਣਾ ਨਹੀਂ ਗਾ, ਉੱਥੇ ਆਨੰਦ ਵਾ। ਆਨੰਦ ਸੁਣੋ ਵੱਡ ਭਾਗੀ ਉਹ ਜਿਹਨੂੰ ਅਸੀਂ ਕਹਿੰਦੇ ਹਾਂ। ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਅਗਲਾ ਬਚਨ ਸੀ ਹਰ ਜੇਵਾ ਅਵਰ ਨਾ ਦਿਸਈ ਕੋ ਦੂਜਾ ਲਵੇ ਨਾ ਲਾਵੇ। ਲਵੇ ਲਾਵੇ ਮੈਨ ਬਰਾਬਰ ਦਾ। ਧਰਤੀ ਉੱਤੇ ਪਰਮੇਸ਼ਰ ਜੈਸਾ ਕੋਈ ਨਹੀਂ ਆ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਕੀਜੇ। ਐ ਪਰਮੇਸ਼ਰ ਭਗਤ ਰਵਿਦਾਸ ਜੀ ਕਹਿੰਦੇ ਨੇ ਪਰਮੇਸ਼ਰ ਜਿੱਦਾਂ ਦਾ ਤੂੰ ਆ ਬਸ ਤੂੰ ਹੀ ਆ, ਤੇਰੇ ਬਦਲ ਵਿੱਚ ਕੋਈ ਦੂਸਰਾ ਨਹੀਂ ਹੈ। ਹੋਰ ਤੇ ਹੋਰ ਤਾਂ ਗੱਲ ਛੱਡ ਦਿਓ ਤੁਸੀਂ। ਕੁਦਰਤ ਨੇ ਜਿਹੜੀ ਆਪਣੀ ਰਚਨਾ ਰਚੀ ਹੈ ਨਾ, ਪਰਮੇਸ਼ਰ ਨੇ ਜਿਹੜੀ ਕੁਦਰਤ ਰਚੀ ਆ ਕਾਦਰ ਨੇ, ਤੇ ਬੰਦੇ ਕੋ ਉਹਦੇ ਬਦਲ ਵਿੱਚ ਕੁਛ ਨਹੀਂ ਆ। ਆ ਰੱਬ ਨੇ ਕੇਸ ਸਾਡੇ ਸਰੀਰ ਤੇ ਲਾਏ ਨੇ ਤੇ ਅਸੀਂ ਨਕਲੀ ਕੇਸ ਤਾਂ ਬਣਾ ਸਕਦੇ ਹਾਂ, ਇਸ ਕੇਸਾਂ ਵਰਗਾ ਇੱਕ ਕੇਸ ਨਹੀਂ ਅਸੀਂ ਬਣਾ ਸਕਦੇ। ਕੁਦਰਤ ਦੇ ਬਦਲਾਅ ਵਿੱਚ ਸਾਡੇ ਬਦਲ ਵਿੱਚ ਕੁਛ ਨਹੀਂ ਆ। ਜਿੱਦਾਂ ਦੇ ਕੁਦਰਤ ਨੇ ਦੰਦ ਲਾਏ ਨੇ ਬਣਾਏ ਨੇ, ਕੋਈ ਦੰਦ ਨਹੀਂ ਬਣਾ ਸਕਦਾ। ਹਾਂ ਕਹਿ ਸਕਦੇ ਪੱਥਰ ਦੇ ਦੰਦ ਨਕਲੀ ਦੰਦ, ਜਿੱਦਾਂ ਦੇ ਵਾਲ ਨੇ ਕੁਦਰਤ ਨੇ ਬਣਾਏ ਇੱਦਾਂ ਦੇ ਨਹੀਂ ਬਣਾ ਸਕਦਾ ਕੋਈ। ਕਹਾਂਗੇ ਇਹ ਨਕਲੀ ਵਾਲ ਲਾਈ ਫਿਰਦਾ, ਇਹ ਨਕਲੀ ਅੱਖ ਵਾ ਜੀ, ਨਕਲੀ ਨੇ ਕੰਨ ਲਾਇਆ ਹੋਇਆ ਵਾ, ਸਭ ਕੁਝ ਨਕਲੀ। ਨਕਲੀ ਤਾਂ ਕਹਿ ਸਕਦੇ ਹਾਂ, ਉਹਦੇ ਵਰਗਾ ਨਹੀਂ। ਹਰ ਜੇ ਅਵਰ ਨਾ ਦਿਸਈ, ਕੋਈ ਲਵੇ ਕੋਈ ਦੂਸਰ ਲਵੇ ਨਾ ਲਾਵੇ। ਉਧਰ ਹੀ ਬਰਾਬਰੀ ਨਹੀਂ ਕੋਈ ਕਰ ਸਕਦਾ। ਮੈਂ ਉਧਰ ਨੂੰ ਇੱਕ ਅਰਥ ਕੀਤਾ ਸੀ ਇੱਕ ਤੁਕ ਦਾ ਕਿ ਤਾਂ ਕਿ ਗਤਮਿਤ ਕਹੀ ਨਾ ਜਾਏ। ਉਹਦੇ ਬਾਰੇ ਕੀ ਕਹਾਂਗੇ ਅਸੀਂ? ਦੂਸਰ ਹੋਏ ਤਾਂ ਸੋਝੀ ਪਾਏ। ਉਹਦੇ ਵਰਗਾ ਕੋਈ ਹੋਵੇ ਤੇ ਦਸੀਏ ਨਾ ਪਿਓ ਤੇ ਇੱਦਾਂ ਦਾ ਵਾ ਭਾਈ। ਜਿੱਦਾਂ ਕਹਿੰਦੇ ਨੇ ਫਲਾਨਾ ਬੰਦਾ ਤੇ ਹੰਸੀ ਆ, ਗੁਰਮੁਖ ਵਾ। ਗੁਰਮੁਖ ਨੂੰ ਅਸੀਂ ਕਹਿਣਾ ਹੋ ਨਾ ਬੰਦਾ ਫਲਾਨਾ ਬੰਦਾ ਤੇ ਗਊ ਆ, ਫਲਾਨਾ ਬੰਦਾ ਤੇ ਹੰਸ ਵਾ, ਫਲਾਨਾ ਬੰਦਾ ਤੇ ਸਿੰਬਲੀ ਆ। ਤੇ ਮਾੜੇ ਬੰਦੇ ਨੂੰ ਕਹਿੰਦੇ ਇਹ ਤੇ ਹਰਨਾਕਸ਼ ਆ, ਇਹ ਤੇ ਰਾਵਣੀ ਆ, ਇਹ ਤੇ ਦੈਂਤ ਵਾ। ਤੇ ਰੱਬ ਦੇ ਬਦਲ ਵਿੱਚ ਅਸੀਂ ਕੀ ਕਹੀਏ? ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੇ। ਕੀ ਕਹੀਏ ਉਸ ਨੂੰ? ਕਿੱਦਾਂ ਦਾ ਵਾ ਉਹਦੇ ਬਦਲਾਅ ਵਿੱਚ ਸਾਡੇ ਕੋਲ ਕੁਛ ਵੀ ਨਹੀਂ ਗਾ। ਮਰਗ ਜੈਸਾ ਹਰ ਜੈਸਾ ਅਵਰ ਨਾ ਦਿਸਈ ਕੋ ਦੂਜਾ ਲਵੇ ਨਾ ਲਾਏ। ਤੇ ਮਰ ਕਹਿੰਦੇ ਫਿਰ ਜਿਹੜੇ ਸੰਗਤ ਨਾਲ ਜੁੜ ਜਾਂਦੇ ਨੇ ਉਹਦੇ ਹੋ ਜਾਂਦੇ ਨੇ। ਉਹਨਾਂ ਜਿਨ੍ਹਾਂ ਨੂੰ ਉਹ ਵਰ ਮਿਲ ਜਾਂਦਾ ਹੈ, ਵਰ ਲੋੜੀਂਦਾ ਆਇਆ ਵਜੀ ਵਧਾਈ। ਫਿਰ ਕੀ ਹੁੰਦਾ? ਹਲਤ ਪਲਤ ਸਵਾਰਿਉਨ ਨੇਚਲ ਦਿੱਤੀਆਂ ਜਾਏ। ਜਿਹੜੇ ਉਹਦੇ ਹੋ ਜਾਂਦੇ ਨੇ, ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਨੂੰ ਉਹ ਮਿਲ ਜਾਂਦਾ ਹੈ, ਮਹਾਰਾਜ ਕਹਿੰਦੇ ਉਹਦਾ ਲੋਕ ਤੇ ਪਰਲੋਕ ਦੋਵੇਂ ਸਵਰ ਜਾਂਦੇ ਨੇ। ਦੁਨੀਆਦਾਰ ਬੰਦਾ ਆਪਣਾ ਲੋਕ ਤਾਂ ਸਵਾਰ ਸਕਦਾ ਧਨ ਕਮਾ ਕੇ, ਪਰਲੋਕ ਨਹੀਂ। ਪਰਲੋਕ ਤੋਂ ਖਾਲੀ ਰਹਿ ਜਾਂਦਾ। ਤੇ ਜਿਹੜਾ ਉਹਦੇ ਨਾਲ ਮਿਲਣ ਹੋ ਜਾਂਦਾ ਹੈ, ਜਿੱਦਾਂ ਕੋਈ ਗੁਰੂ ਅਮਰਦਾਸ ਦੇ ਕੋਲ ਆਇਆ ਤੇ ਗੁਰੂ ਅਮਰਦਾਸ ਕਹਿਣ ਲੱਗੇ ਭਾਈ ਕੁਛ ਮੰਗ ਲਓ।
ਕੋਈ ਪੁਰਾਣਾ ਪ੍ਰੇਮੀ ਸੀ ਗੁਰੂ ਅਮਰਦਾਸ ਮਹਾਰਾਜ ਦਾ, ਤੇ ਗੋਂਦਵਾਲ ਸਾਹਿਬ ਦੀ ਧਰਤੀ ਤੇ ਆਇਆ। ਤੇ ਗੁਰੂ ਅਮਰਦਾਸ ਕਹਿੰਦੇ ਭਾਈ ਕੋਈ ਮੰਗ ਲਓ। ਤੇ ਕਹਿਣ ਲੱਗਾ ਮਹਾਰਾਜ ਧਨ ਦੇ ਨਾਮ ਨਾ ਦੇ ਹੈ, ਜੇ ਮੈਨੂੰ ਤੂੰ ਧਨ ਦੇਤਾ ਤੇ ਰੱਬ ਦਾ ਨਾਂ ਨਾ ਦਿੱਤਾ। ਉਹ ਇਥੋਂ ਆਰੰਭ ਕਹਿੰਦਾ ਨਾਮ ਦੇ ਧਨ ਨਾ ਦੇ ਹੈ, ਤੇ ਤੂੰ ਆਖਿਆ ਰੱਬ ਰੱਬ ਜਪੀ ਜਾ, ਤੇ ਘਰ ਮੇਰੇ ਆਟਾ ਹੈ ਨਹੀਂ। ਜਿੱਦਾਂ ਕਬੀਰ ਦੀ ਭੜੋਲੀ 'ਚ ਆਟਾ ਨਹੀਂ ਸੀ, ਤੇ ਰੱਬ ਰੱਬ ਤੇ ਵਿਚਾਰਾ ਜਪਦਾ ਸੀ, ਪਰ ਆਟਾ ਹੈ ਨਹੀਂ ਸੀ ਖਾਣ ਨੂੰ। ਉਹਨਾਂ ਨੇ ਫਿਰ ਆਖਿਆ ਉਹ ਰੱਬਾ ਤੇਰੀ ਬੰਦਗੀ ਕਰਦੇ ਆ, ਤੇਰੀ ਮਾਲਾ ਫੇਰਦੇ ਆ, ਕੋਈ ਆਟਾ ਹੀ ਦੇ ਛੱਡ 2 ਸ਼ੇਰ। ਤੇ ਰੱਬ ਨੇ ਆਟਾ ਦਿੱਤਾ ਨਾ ਕਬੀਰ ਨੂੰ। ਤੇ ਜਦੋਂ ਆਟਾ ਨਾ ਦਿੱਤਾ ਤੇ ਉਹਨੇ ਆਖਿਆ ਭੂਖੇ ਭਗਤ ਨਾ ਕੀਜੇ, ਆ ਚੁੱਕ ਆਪਣੀ ਮਾਲਾ, ਅਸੀਂ ਨਹੀਂ ਫੇਰਦੇ ਤੇਰੀ ਮਾਲਾ। ਤੂੰ ਆਟਾ ਹੀ ਨਹੀਂ ਦੇ ਸਕਦਾ 2 ਕਿਲੋ, ਤੇ ਕਾਹਦੀ ਤੇਰੀ ਬੰਦਗੀ ਆ। ਜਿਹਦਾ ਬੰਦ ਕਬੀਰ ਨੇ ਆਖਿਆ ਨਾ ਕਿ ਬੰਦਕ ਹੋਏ ਬੰਦੋ ਹੋਏ ਸੋ ਬੰਦਗੀ ਗਹੈ, ਬੰਦਕ ਹੋਏ ਬੰਦ ਸੁਧ ਲੈ। ਜਿਹੜਾ ਬੰਦਗੀ ਕਰਦਾ ਨਾ, ਕਹਿੰਦੇ ਰੱਬ ਉਹਨੂੰ ਜਵਾਈਆਂ ਵਾਂਗੂ ਸਾਂਭਦਾ। ਬੰਦਕ ਹੋਏ ਸੋ ਬੰਦ ਸੁਧ ਲੈ, ਉਹਦੀ ਸੁਧ ਲੈਂਦਾ, ਉਹਦੀ ਖਬਰ ਲੈਂਦਾ। ਤੇ ਕਬੀਰ ਸਾਹਿਬ ਕਹਿੰਦੇ ਅਸੀਂ ਤੇਰੀ ਬੰਦਗੀ ਕਰਦੇ ਹਾਂ, ਅਸੀਂ ਮਾਲਾ ਫੇਰਦੇ ਹਾਂ, ਤੇ ਤੂੰ ਕੋਈ ਆਟਾ ਵੀ ਨਹੀਂ ਕਿਲੋ ਦੇ ਸਕਦਾ ਸਾਨੂੰ। ਭੜੋਲੀ ਖਾਲੀ ਪਈ ਆ, ਘਰ ਦੇ ਗਾਲਾਂ ਕੱਢਣ ਦੇ ਨੇ, ਬੱਚੇ ਭੁੱਖੇ ਪਏ ਆ, ਤੇ ਤੂੰ ਚੰਗਾ ਰੱਬ। ਤੇ ਜੇ ਮਾਲਾ ਆਪਣੀ ਲੀਜੇ ਭੂਖੇ ਭਗਤ ਨਾ ਕੀਜੇ। ਤੇ ਰੱਬ ਨੇ ਆਖਿਆ ਉਹ ਦੱਸ ਸਹੀ ਚਾਹੀਦਾ ਤੈਨੂੰ ਕੀ ਆ। ਭਗਤਾ ਤੂੰ ਤੇ ਮਾਲਾ ਹੀ ਸੁੱਟ ਛੱਡੀ। ਤੇ ਕਬੀਰ ਨੇ ਆਖਿਆ ਹੋ ਮਾਂਗੋ ਸੰਤਨ ਰੇਣਾ, ਮੈਂ ਨਹੀਂ ਕਿਸੀ ਕਾ ਦੇਣਾ, ਮਾਧੋ ਕੈਸੀ ਬਣੇ ਤੁਮ ਸੰਗੇ। ਚੰਗਾ ਤੂੰ ਮੇਰਾ ਸੰਗੀ ਬਣਿਆ, ਆਪ ਨਾ ਦਿਓ ਤੇ ਲੇਹੋ ਮੰਗੇ। ਜਦੋਂ ਦਿੱਤਾ ਨਹੀਂ ਤੇ ਹੁਣ ਮੰਗਿਆ, ਤੇ ਹੁਣ ਤੂੰ ਵੀ ਆਖਿਆ ਹੁਣ ਦੱਸ ਦੇ, ਜਦੋਂ ਲੋੜ ਸੀ ਤੂੰ ਪੂਰੀ ਨਹੀਂ ਕੀਤੀ ਸਾਡੀ। ਤੇ ਕਬੀਰ ਉਹਨੇ ਆਖਿਆ ਤੂੰ ਚਾਹੀਦਾ ਤੈਨੂੰ ਕੀ ਆ ਭਾਈ, ਤੂੰ ਇੰਨਾ ਭਗਤਾ ਔਖਾ ਕਿਉਂ ਹੁੰਦਿਆ। ਇਹ ਭਗਤ ਵੀ ਕਈ ਵਾਰੀ ਔਖੇ ਹੋ ਜਾਂਦੇ ਰੱਬ ਨਾਲ। ਤੇ ਔਖਾ ਲੱਗਾ ਔਰ ਤੈਨੂੰ ਚਾਹੀਦਾ ਕੀ ਭਗਤਾ। ਕਬੀਰ ਨੇ ਆਖਿਆ 2 ਸਿਰ ਮੰਗੋ ਚੂਨਾ। ਚੂਨਾ ਕਹਿੰਦੇ ਨੇ ਆਟੇ ਨੂੰ, ਉਹ ਚੂਨਾ ਨਹੀਂ ਤੰਬਾਕੂ ਵਾਲਾ ਚੂਨਾ ਨਹੀਂ ਕਿਤੇ, ਨਾ ਨਾ ਭਾਈ। 2 ਸਿਰ ਮੰਗੋ ਚੂਨਾ ਭਾਓ ਕੀਓ, ਤੇ ਪਰੌਂਠੇ ਪਕਾਉਣੇ ਆ, ਤੇ ਨਾਲ ਪਾਈਆ ਘਿਓ ਵੀ ਦੇ। ਇਹ ਨਾ ਵੀ ਸੁੱਕੀ ਰੋਟੀ ਖਾਂਦੇ ਰਹੀਏ ਇੱਥੇ। ਹੁਣ ਤੇ ਚਲੋ ਡਾਕਟਰਾਂ ਨੇ ਕਿਹਾ ਵੀ ਜਿਹੜਾ ਘਿਓ ਖਾਊ ਮਾਰੀ ਜਾਊ। ਉਹ ਤੇ ਹੁਣ ਭਗਤਾਂ, ਹੁਣ ਤੇ ਭਗਤ ਵੀ ਨਹੀਂ ਮੰਗਦੇ ਰੱਬ ਕੋਲੋਂ, ਕਿ ਡਾਕਟਰਾਂ ਨੇ ਮਨਾ ਕਰਤਾ ਵੀ ਜਿਹਨੇ ਘਿਓ ਖਾਧਾ ਉਹਨੇ ਮਰ ਜਾਣਾ। ਉਹ ਜੇ ਡਾਕਟਰ ਕੋਲ ਜਾਓ ਪਹਿਲੋਂ ਕਹਿਣਗੇ ਘਿਓ ਨਾ ਖਾਈ ਤੂੰ ਮਰ ਜਾਣਾ ਹੀ। ਤੇ ਹੁਣ ਤੇ ਰੱਬ ਕੋ ਵੀ ਨਹੀਂ ਭਗਤ ਮੰਗਦੇ ਵੀ ਕਹਿੰਦੇ ਘਿਓ ਖਾ ਨਾ ਮਰ ਜਾਈਦਾ। ਅੱਗੇ ਪੁਰਾਣੇ ਬਜ਼ੁਰਗ ਕਿਲੋ ਦੇ ਡੱਬੇ ਨੂੰ ਮੂੰਹ ਲਾ ਕੇ ਇੱਕੇ ਚੀਕੇ ਪੀ ਜਾਂਦੇ। ਉਹਨੇ ਆਖਿਆ 2 ਸਿਰ ਮੰਗੋ ਚੂਨਾ ਪਾਓ ਘਿਓ, ਪਾ ਘਿਓ ਵੀ ਦੇਖ, ਪਰੌਂਠੇ ਪਕਾਉਣੇ ਆ, ਕੋਈ ਸਬਜ਼ੀ ਜੀ ਪਾਉਣਾ, ਸੁੱਕੀ ਥੋੜ੍ਹਾ ਰੋਟੀ ਚੱਬਣੀ ਇੱਥੇ। ਪਾਓ ਘਿਓ ਸੰਗ ਲੀਨਾ, ਅੱਧ ਸਿਰ ਮੰਗੋ ਦਾਲੇ, ਅੱਧਾ ਸਿਰ ਦਾਲ ਦੇ ਕੇ ਜਾ, 4 ਨਾਲ ਨਹੀਂ ਰੋਟੀ ਖਾਣੀ। ਅੱਧ ਸਿਰ ਮੰਗੋ ਦਾਲੇ, ਮੋਕੋ ਦੋਨੋਂ ਵਕਤ ਜਵਾਲੇ। ਸਵੇਰੇ ਵੀ ਖਾਣੀ ਆ ਪਰੌਂਠੇ, ਤੇ ਸ਼ਾਮਾਂ ਨੂੰ ਵੀ ਸਬਜ਼ੀ ਬਣਾ ਕੇ ਤੇ ਤੜਕਾ ਲਾ ਕੇ ਖਾਣੀ ਆ, ਤੇ ਦੇ ਕੇ ਜਾ। ਮੋਕੋ ਦੋਨੋਂ ਵਕਤ ਜਵਾਲੇ। ਖਾਟ ਮੰਗੋ ਚੌਪਾਈ, ਖਾਟ ਕਹਿੰਦੇ ਨੇ ਮੰਜੇ ਨੂੰ। ਮੰਜਾ ਚਾਹੀਦਾ ਵਧੀਆ, ਤੇ ਵਧੀਆ ਮੰਜਾ ਉੱਤੇ ਖਾਟ ਮੰਗੋ ਚੌਪਾਈ, ਸਰਹਾਣਾ ਅਵਰ ਤਲਾਈ। ਇਹ ਨਹੀਂ ਕਿ ਸਾਣੇ ਮੰਜੇ ਤੇ ਪੈ ਰਹੀਏ ਅਸੀਂ, ਨਾ ਨਾ, ਤਲਾਈ ਵੀ ਦੇ ਕੇ ਜਾ ਇੱਥੇ। ਲਾ ਪੰਗਾ ਪਾਤਾ ਰੱਬ ਨੂੰ ਕਬੀਰ ਨੇ। ਖਾਟ ਮੰਗੋ ਚੌਪਾਈ, ਸਰਹਾਣਾ ਅਵਰ ਤਲਾਈ, ਉੱਪਰ ਕੋ ਮੰਗੋ ਖੀਦਾ। ਉੱਤੇ ਵਧੀਆ ਲੋਈ ਵੀ ਲੈਣੀ ਆ ਕਿ ਇੱਕ ਪਾਟੀ ਜੁੱਲੀ ਉੱਤੇ ਲੈ ਕੇ ਪੈ ਰਹੀ ਹੈ ਇੱਥੇ। ਚੰਗਾ ਤੂੰ ਯਾਰ ਬਣਿਆ, ਪਾਟੀ ਲੋਈ ਨਾ ਕੋਈ ਜ਼ਿੰਦਗੀ ਕੱਟੀ ਹੁਣ ਤੇਰੇ। ਉੱਪਰ ਕੋ ਮੰਗੋ ਖੀਦਾ, ਤੇਰੀ ਭਗਤ ਕਰੋ ਜਨ ਸੀਦਾ। ਮੈਂ ਨਾ ਹੀ ਕੀਤਾ ਲੱਭੋ, ਇਹ ਨਾ ਸਮਝੀ ਕਬੀਰ ਲੋਭੀ ਹੋ ਗਿਆ। ਨਾ 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 ਨਾ, ਇੱਕ ਨਾਮ ਤੇਰਾ ਮੈਂ ਫੱਬੋ। ਤੇਰੇ ਨਾਮ ਨੂੰ ਜਪਣਾ ਹੈ, ਤੇ ਨਾਮ ਜਪਣ ਵਾਸਤੇ ਰੋਟੀ ਖਾਣੀ ਜ਼ਰੂਰੀ ਆ, ਤੇ ਤੂੰ ਬੇਪਰਵਾਹ ਹੋ ਗਿਆ। ਮੈਂ ਕਹਿ ਰਿਹਾ ਸੀ ਵੀ ਜਿਹੜੇ ਉਹਦੇ ਹੋ ਜਾਂਦੇ ਆ ਨਾ,
ਉਹਨਾਂ ਦਾ ਲੋਕ ਪਰਲੋਕ ਸਵਰ ਜਾਂਦਾ। ਸਤਿਗੁਰ ਸਿੱਖਾ ਲੋ ਹਲਤ ਪਲਤ ਸਵਾਰੇ। ਇੱਦਾਂ ਨਹੀਂ ਉਹੀ ਪੜ੍ਹਦੇ, ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੇ, ਗੁਰ ਬਚਨੀ ਹਰ ਨਾਮ ਉਚਰੇ, ਸਤਿਗੁਰ ਸਿੱਖੇ ਬੰਧਨ ਕਾਟੇ, ਗੁਰ ਕਾ ਸਿੱਖ ਬਕਾਰ ਦਿਹਾੜੇ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ। ਤੇ ਮਹਾਰਾਜ ਕਹਿੰਦੇ ਆ ਵੀ ਹਲਤ ਪਲਤ ਸਵਾਰਿਓਨ ਨੇਚਲ ਦਿੱਤੀਆਂ ਨ ਜਾਏ। ਜਦੋਂ ਉਹਦਾ ਕੋਈ ਹੋ ਗਿਆ, ਉਹਦਾ ਲੋਕ ਵੀ ਸਵਰ ਗਿਆ, ਉਹਦਾ ਪਰਲੋਕ ਵੀ ਸਵਰ ਗਿਆ, ਤੇ ਉਹਨੂੰ ਕੋਈ ਨੇਚਲ ਜਗ੍ਹਾ ਵੀ ਮਿਲ ਗਈ, ਉਹ ਭਟਕਦਾ ਨਹੀਂ ਗਾ ਫਿਰ। ਜਿੱਦਾਂ ਭਗਤ ਰਵਿਦਾਸ ਜੀ ਨੇ ਕਿਹਾ, ਅਬ ਮੋਏ ਖੂਬ ਬਤਨ ਗਏ ਪਾਈ, ਊਹਾਂ ਖੈਰ ਸਦਾ ਮੇਰੇ ਪਾਈ। ਸਾਨੂੰ ਕੋਈ ਜਗ੍ਹਾ ਮਿਲੀ ਆ। ਇਹ ਲੋਕ ਕਹਿੰਦੇ ਅਸੀਂ ਉੱਥੇ ਬੇਗਮਪੁਰਾ ਬਣਾਉਣਾ। ਉਹ ਧਰਤੀ ਤੇ ਬੇਗਮਪੁਰੇ ਨਹੀਂ ਵੱਸਦੇ ਹੁੰਦੇ। ਧਰਤੀ ਉੱਤੇ ਇੰਨਾ ਚੋਰ ਚੱਕਾ ਬੈਠਾ, ਇਹਦੇ ਬੇਗਮਪੁਰਾ ਚੁੱਕ ਕੇ ਲੈ ਜਾਣਗੇ, ਰਾਤੋਂ ਰਾਤ ਹੀ ਬਣਾ ਕੇ ਵੇਖ ਲਓ। ਨਾ 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 ਨਾ, ਧਰਤੀ ਉੱਤੇ ਬੇਗਮਪੁਰੇ ਨਹੀਂ ਹੁੰਦੇ। ਬੇਗਮਪੁਰਾ ਅਵਸਥਾ ਦਾ ਨਾਮ ਹੈ। ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਦੋ ਨਹੀਂ ਤੈ ਠਾਓ, ਨਾ ਤਸਵੀਸ ਖਰਾਜ ਨ ਮਾਲ, ਖੌਫ ਨ ਖਤਾ ਨ ਤਰਸ ਜਵਾਲ, ਅਬ ਮੋਏ ਖੂਬ ਵਤਨ ਗਹਿ ਪਾਈ, ਉਹਾਂ ਸਹਿ ਖੈਰ ਸਦਾ ਮੇਰੇ ਪਾਈ। ਤੇ ਮਾਰੇ ਕਹਿੰਦੇ ਹਲਤ ਪਲਤ ਸਵਾਰਿਓ ਨੇਚਲ ਦਿੱਤੀਆਂ ਨ ਜਾਏ। ਤੇ ਜਿਹੜੇ ਉਹਦੇ ਹੋ ਜਾਂਦੇ ਨੇ, ਜਿਹੜੇ ਸੰਗਤ ਵਿੱਚ ਬਹਿ ਜਾਂਦੇ ਨੇ, ਤਿਤ ਜਾਏ ਬਹੁ ਨਿਤ ਸੰਗਤੀ। ਤੇ ਫਿਰ ਹੁੰਦਾ ਕੀ ਆ, ਸੰਸਾਰ ਸਾਗਰ ਤੇ ਰੱਖਿਓਨ ਬੋੜ ਨਾ ਜਨਮੇ ਧਾਏ। ਇਹ ਉਹਨਾਂ ਦੇ ਹੋਣ ਦੀ ਵਡਿਆਈ ਹੈ, ਪਰਮੇਸ਼ਰ ਦੀ ਵਡਿਆਈ ਹੈ। ਕਿਤੇ ਉਹਨਾਂ ਦਾ ਹਲਤ ਪਲਤ ਸਵਾਰ ਲੈਂਦਾ, ਤੇ ਇੱਕ ਉਹਨਾਂ ਨੂੰ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਅਰ ਗੌਰਵ ਬਸੇਰਾ। ਆਏ ਪਰਮੇਸ਼ਰ, ਇੱਕ ਤਾਂ ਮੈਂ ਗਰਭ ਦੀ ਅਗਨੀ ਵਿੱਚ 9 ਮਹੀਨੇ ਰਹਿਣਾ ਹੈ, ਉੱਥੇ ਮੈਨੂੰ ਗਰਭ ਦੀ ਅਗਨੀ ਸਤਾਉਂਦੀ ਹੈ, ਤੇ ਫਿਰ ਮੈਨੂੰ ਲੋਕੀ ਚਿਖਾ ਉੱਤੇ ਰੱਖ ਕੇ ਸਾੜਦੇ ਨੇ। ਇਹ ਮੇਰਾ ਦੁੱਖ ਕੱਟ ਦੇ ਤੂੰ, ਮੇਰਾ ਇਹ ਅੱਗ ਵਿੱਚ ਸੜਨ ਵਾਲਾ ਦੁੱਖ ਜਿਹੜਾ ਨਾ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਅਰ ਗਰਭ ਬਸੇਰਾ। ਬਾਰ ਬਾਰ ਗਰਭ 'ਚ ਜਾਣਾ, ਬਾਰ ਬਾਰ ਚਿਖਾ 'ਚ ਮੈਨੂੰ ਰੱਖ ਕੇ ਲੋਕੀ ਸਾੜਦੇ ਨੇ, ਤੇ ਤੂੰ ਮੇਰਾ ਕੱਟ ਸਾਂ। ਤੇ ਮਰ ਕਹਿੰਦੇ ਨੇ ਜਿਹੜੇ ਹੋ ਗਏ, ਇੱਕ ਤੇ ਉਹਨਾਂ ਦਾ ਹਲਤ ਪਲਤ ਸਵਰ ਗਿਆ, ਇੱਕ ਸੰਸਾਰ ਸਾਗਰ ਤੇ ਰੱਖਿਓਨ ਬੋੜ ਨਾ ਜਨਮੇ ਧਾਏ। ਉਹ ਬਾਰ ਬਾਰ ਜਨਮ 'ਚ ਨਹੀਂ ਆਉਣਗੇ। ਅਸੀਂ ਤਾਂ ਬਾਰ ਬਾਰ ਜੰਮਦੇ ਆ, ਮਰ ਜਿੱਦਾਂ ਕਹਿੰਦੇ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਜਿਨ ਕੀਤਾ ਤਿਸੇ ਨਾ ਜਾਣੀ ਅੰਦਾ, ਤਾਂ ਦੁੱਖ ਸਹੇ ਪ੍ਰਾਣੀਆਂ। ਖਾਲਕ ਥਾਮੋਂ ਭੁੱਲਾ ਮੁੱਠਾ, ਦੁਨੀਆ ਖੇਲ ਬੁਰਾ ਰੁੱਠ ਟੁੱਠਾ, ਸਿਦਕ ਸਬੂਰੀ ਸੰਤ ਨਾ ਮਿਲਿਓ, ਵੱਤੇ ਆਪਣ ਭਾਣੀਆਂ। ਅਸੀਂ ਤਾਂ ਉਸ ਤੋਂ ਵਿਛੜ ਕੇ ਜੰਮ ਰਹੇ, ਮਰ ਰਹੇ, ਦੁੱਖ ਭੋਗ ਰਹੇ ਹਾਂ। ਪਰ ਮਰ ਕਹਿੰਦੇ ਨੇ ਹਲ ਸੰਸਾਰ ਸਾਗਰ ਤੇ ਰੱਖਿਓਨ ਬੋੜ ਨ ਜਨਮੇ ਧਾਏ, ਜੇਵਾ ਏਕ ਅਨੇਕ ਗੁਣ। ਪਰਮੇਸ਼ਰ ਦੀ ਮਹਿਮਾ ਨਹੀਂ ਹੋ ਸਕਦੀ, ਉਹਦੇ ਗੁਣ ਨਹੀਂ ਦੱਸੇ ਜਾ ਸਕਦੇ। ਉਹ ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਿਹਾ ਲਿਵਲਾਏ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਕੇ ਤੇਰੀ ਆਖੀ ਜਾਏ। ਬੰਦੇ ਦੇ ਗੁਣ ਗਿਣ ਲਓ, ਬੰਦਾ ਜਵਾਨ ਵਾ, ਸੋਹਣਾ ਵਾ, ਧਨ ਦੌਲਤ ਵਾ, ਰਾਜਾ, 5-7 ਗੁਣ ਨੇ ਬੰਦੇ ਕੋਈ, ਤੋਂ ਵੱਧ ਹੋਰ ਕੀ ਆ। ਤੇ ਰੱਬ ਦੇ ਕੋਲ ਤੇ ਗੁਣ ਹੀ ਬੰਤ ਨਹੀਂ ਕਿ ਹੁਸਨਲ ਜਮਾਲ ਅਸਤਾ ਰੋਸ਼ਨ ਜਮੀਰ। ਰੱਬ ਦੇ ਗੁਣ ਕੋ ਬਿਆਨ ਕਰ ਸਕਦਾ? ਕੋਈ ਵਧੀਆ ਚੀਜ਼ ਘੜ ਦੇ ਨਾ, ਲੱਕੜ ਨੂੰ ਕੋਈ ਘੜ ਕੇ ਕੋਈ ਵਧੀਆ ਮੂਰਤੀ ਮਾਰਤੀ ਬਣਾ ਦੇ, ਫਰਨੀਚਰ ਵਧੀਆ ਤਿਆਰ ਕਰਦੇ ਨਾ ਲੱਕੜ ਤੋਂ, ਬੱਲੇ ਬੱਲੇ ਆ ਬੜਾ ਵਧੀਆ ਬਣਾਇਆ ਭਾਈ ਕਹਿੰਦੇ ਨਾ ਆਪਾਂ। ਤੇ ਆ ਐਦੋਂ ਵਧੀਆ ਕੋਈ ਐਦਾਂ ਦਾ ਕੋਈ ਬਣਾ ਸਕਦਾ ਜਿੱਦਾਂ ਦਾ ਰੱਬ ਨੇ ਸਾਨੂੰ ਬਣਾਇਆ ਹੈ ਕੋਈ ਧਰਤੀ ਉੱਤੇ? ਇਸ ਕਰਕੇ ਉਹ ਸਰਬ ਗੁਣ ਸੰਪੰਨ ਵਾ। ਬੰਦੇ ਕੋ ਇੱਕ ਅੱਧਾ ਗੁਣ ਹੁੰਦਾ, ਜਿਹੜਾ ਮੂਰਤੀਆਂ ਬਣਾ ਦਿੰਦਾ ਉਹ ਗੱਡੀਆਂ ਨਹੀਂ ਬਣਾ ਸਕਦਾ, ਜਿਹੜਾ ਗੱਡੀਆਂ ਬਣਾਉਂਦਾ ਉਹ ਜੁੱਤੀਆਂ ਨਹੀਂ ਗੰਢ ਸਕਦਾ, ਜੁੱਤੀਆਂ ਗੰਢਦਾ ਉਹ ਟੀਕਾ ਨਹੀਂ ਲਾ ਸਕਦਾ। ਇੱਕ ਇੱਕ ਦੋ ਦੋ ਗੁਣ ਹੀ ਹੁੰਦੇ ਨੇ, ਤੇ ਰੱਬ ਕੋਲ ਤੇ ਸਾਰੇ ਗੁਣ ਨੇ, ਸਰਬ ਗੁਣ ਸੰਪੰਨ। ਤੇ ਮਹਾਰਾਜ ਕਹਿੰਦੇ ਜੀਵਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਜਿਹੜੇ ਉਹਦੇ ਚਰਨੀ ਲੱਗ ਗਏ ਉਹ ਤਰ ਗਏ। ਤੇ ਫਲ ਗੁਣ ਨਿਤ ਸਲਾਹੀਏ। ਉਹ ਕਹਿੰਦੇ ਸਿੱਖਾ ਸੰਗਰਾਂਦ ਵਾਲੇ ਦਿਨ ਨਾ ਆਇਆ ਕਰ ਗੁਰਦੁਆਰੇ,
ਉੱਦਾਂ ਤੈਨੂੰ ਬੜਾ ਫਿਕਰ ਨਹਾਉਣ ਦਾ ਪੈ ਜਾਂਦਾ, ਬੜਾ ਫਿਕਰ ਭਾਈ ਬੋਲ ਪਿਆ ਤੇ ਕੜਾਹ ਬਣ ਗਿਆ, ਬੜਾ ਫਿਕਰ ਪੈਂਦਾ ਤੈਨੂੰ ਸੰਗਰਾਂਦ 'ਤੇ। ਇਹਦਾ ਮਤਲਬ ਤੂੰ ਸੰਗਰਾਂਦ ਮੰਨਦਾ, ਗੁਰੂ ਨੂੰ ਨਹੀਂ ਮੰਨਦਾ। ਇਹਦਾ ਮਤਲਬ ਤੂੰ ਸੂਰਜ ਦੇਵਤੇ ਦੀ ਪੂਜਾ ਕਰਨ ਗੁਰਦੁਆਰੇ ਆਉਣਾ, ਇਹੀ ਹੋ ਸਕਦਾ ਨਾ। ਮਾਂ ਕਹਿੰਦੇ ਨਾ 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 ਨਾ, ਫਲ ਗੁਣ ਨਿਤ ਸਲਾਹੀਏ। ਸਿੱਖਾ ਰੋਜ਼ ਰੋਜ਼ ਆਇਆ ਕਰ ਗੁਰਦੁਆਰੇ। ਸੰਗਰਾਂਦ ਵਾਲੇ ਦਿਨ ਭਾਵੇਂ ਨਾ ਆ ਤੂੰ, ਕੋਈ ਗੱਲ ਨਹੀਂ ਹੈ, ਅੱਗੋਂ ਪਿੱਛੋਂ ਜ਼ਰੂਰ ਆਇਆ ਕਰ, ਪਰ ਅਸੀਂ ਆਉਣਾ ਹੀ ਸੰਗਰਾਂਦ ਵਾਲੇ ਦਿਨ ਹੁੰਦਾ ਹੈ। ਅਤੇ ਉੱਧਰ ਨੂੰ ਵੀ ਭਾਈ ਨੂੰ ਵਕਤ ਪਾ ਦੇਣਾ ਵੀ ਆਉਂਦਿਆਂ ਨੂੰ ਭਾਈ ਨੇ ਕੜਾਹ ਵੀ ਬਣਾਇਆ ਹੋਵੇ। ਇਹ ਭਾਈ ਵਾਸਤੇ ਵੱਡਾ ਵਕਤ ਵਾ। ਉਹ ਬੜੀ ਪੁਰਾਣੀ ਗੱਲ, ਮੈਨੂੰ ਕੋਈ ਲੈ ਗਿਆ ਬਾਬਾ ਜੀ ਸੰਗਰਾਂਦ ਦਾ ਅਤੇ ਸਵੇਰੇ ਕਥਾ ਕਰ ਦਿਓ ਤੁਸੀਂ। ਮੈਂ ਵੀ ਕਰ ਦਿਆਂਗੇ ਭਾਈ, ਕਥਾ ਦੀ ਕਿਹੜੀ ਗੱਲ। ਉਹ ਮੈਂ ਕਥਾ ਕਰਨ ਬਹਿ ਗਿਆ ਅਤੇ ਉਹ ਭਾਈ ਬਾਹਰੋਂ ਕੜਾਹ ਬਣਾ ਕੇ ਲੈ ਆ। ਅਤੇ ਮਹਾਰਾਜ ਜਿੱਥੇ ਮੱਥਾ ਟੇਕਦੀ ਸੰਗਤ ਉੱਥੇ ਲੈ ਕੇ ਪਰਾਤ ਬਹਿ ਗਿਆ ਉਹ। ਅਤੇ ਜਿਹੜਾ ਉਹ ਗੁਰਦੁਆਰੇ ਮੱਥਾ ਟੇਕਣ ਆਇਆ ਅਤੇ ਉਹ ਪ੍ਰਸ਼ਾਦ ਦੇ ਜਾ, ਅਤੇ ਉਹ ਮੈਂ ਮਹਾਰਾਜ ਤਾਬਿਆ ਬੈਠਾ ਹੈ ਕਥਾ ਕਰਨ ਦਿਆ, ਉਤੋਂ ਦੀ ਘੁੰਮ ਕੇ ਲੋਕ ਬਾਹਰ ਨੂੰ ਤੁਰੇ ਜਾਣ। ਅਤੇ ਮੈਂ ਮੁੜ ਕੇ ਇਹਨੂੰ ਪੁੱਛਿਆ, ਮੈਂ ਕਿਹਾ ਤੂੰ ਅਰਦਾਸ ਨਹੀਂ ਕੀਤੀ, ਨਾ ਆਨੰਦ ਸਾਹਿਬ ਪੜ੍ਹਿਆ, ਅਤੇ ਤੂੰ ਬਾਹਰੋਂ ਲਿਆਣ ਕੇ ਥਾਲੀ ਅਤੇ ਪਰਾਤ 'ਤੇ ਵਰਤਾਤਾ, ਅਤੇ ਲੋਕ ਇੱਥੇ ਬੈਠੇ ਨਹੀਂ ਗੁਰਦੁਆਰੇ। ਮੈਂ ਆਨੰਦ ਸਾਹਿਬ ਨਹੀਂ ਪੜ੍ਹਿਆ, ਉਹ ਮੈਂ ਚੁੱਲ੍ਹੇ 'ਤੇ ਪੜ੍ਹ ਲਿਆ ਸੀ। ਜਦ ਮੈਂ ਦੇਗ ਬਣਾਉਣ ਦਿਆ ਆਨੰਦ ਸਾਹਿਬ, ਅਤੇ ਮੈਂ ਚੁੱਲ੍ਹੇ 'ਤੇ ਪੜ੍ਹ ਲਿਆ ਸੀ ਹੈ, ਅਤੇ ਅਰਦਾਸ ਵੀ ਉੱਥੇ ਖਲੋ ਕੇ ਕਰ ਲਈ। ਅਸੀਂ ਕੜਾਹ ਹੀ ਖਾਣ ਆਉਣੇ ਆ, ਕੁਛ ਹੋਰ ਨਹੀਂ, ਇੱਥੇ ਬਹਿਣ ਨਹੀਂ ਆਉਂਦੇ। ਅਸੀਂ ਗੁਰੂ ਨੂੰ ਨਹੀਂ ਮੰਨਣ ਆਉਂਦੇ, ਨਾ ਨਾ ਨਾ, ਕੜਾਹ ਹੀ ਖਾਣ। ਤੇ ਮਾਰ ਕਹਿੰਦੇ ਨਾ 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 ਭਾਈ, ਇੱਦਾਂ ਨਾ ਕਰੋ, ਤੁਸੀਂ ਸਿੱਖ ਹੋ, ਤੁਸੀਂ ਸੂਰਜ ਦੇਵਤੇ ਦੀ ਪੂਜਾ ਨਹੀਂ ਕਰਨੀ, ਤੁਸੀਂ ਸੰਗਰਾਂਦ ਨਹੀਂ ਮੰਨਣਾ, ਤੁਸੀਂ ਗੁਰੂ ਨੂੰ ਮੰਨਣਾ ਹੈ। ਤੇ ਮਾਰ ਕਹਿੰਦੇ ਫਲ ਗੁਣ ਨਿਤ ਸਲਾਈਏ, ਜਿਸ ਨੂੰ ਤਿਲ ਨਾ ਤਮਾਏ। ਉਹਨੂੰ ਨਿਤ ਸਲਾਹ, ਉਹਦੇ ਵਾਸਤੇ ਦਿਨ ਨਾ ਤੂੰ ਮਿੱਥ ਵੀ ਮੈਂ ਸੰਗਰਾਂਦ ਵਾਲੇ ਦਿਨ ਹੀ ਗੁਰਦੁਆਰੇ ਜਾਣਾ। ਕਈ ਮੈਨੂੰ ਕਹਿੰਦੇ ਮੈਂ ਤੇ 1-2 ਸੰਗਰਾਂਦਾਂ ਇੱਥੇ ਆਪਣਾ ਗੁਰਦੁਆਰਾ ਬੰਦ ਰੱਖਿਆ, ਮੈਂ ਕਿਹਾ ਖੋਲ੍ਹਣਾ ਹੀ ਨਹੀਂ ਅਸੀਂ। ਅਤੇ ਉਹ ਬੀਬੀਆਂ 2-4 ਜਿਹੜੀਆਂ ਆਉਂਦੀਆਂ, ਬਾਬਾ ਜੀ ਵਾਹ ਗੁਰੂ ਸੰਗਰਾਂਦ 'ਤੇ ਬੂਹਾ ਖੋਲ੍ਹਣਾ ਹੀ ਚਾਹੀਦਾ। ਮੈਂ ਕਿਉਂ ਖੋਲ੍ਹਣਾ ਚਾਹੀਦਾ ਸੰਗਰਾਂਦ 'ਤੇ ਬੂਹਾ? ਕੀ ਲੋੜ ਪੈ ਗਈ ਸੰਗਰਾਂਦ 'ਤੇ ਬੂਹੇ ਖੋਲ੍ਹਣ ਦੀ ਗੁਰਦੁਆਰੇ ਦੇ? ਨਾ 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 ਨਾ, ਮਾਰ ਕਹਿੰਦੇ ਨਾ ਭਾਈ, ਫਲ ਗੁਣ ਨਿਤ ਸਲਾਹੀਏ। ਉਹਨੂੰ ਰੋਜ਼ ਸਲਾਓ, ਉਹਨੂੰ ਸਵੇਰੇ ਵੀ ਸਲਾਓ, ਉਹਨੂੰ ਸ਼ਾਮੀ ਵੀ ਸਲਾਓ, ਅਤੇ ਫਿਰ ਹੋਏਗਾ ਕੀ? ਮਰ ਕੇ ਫਲ ਗੁਣ ਨਿਤ ਸਲਾਹੀਏ, ਜਿਸ ਨੂੰ ਤਿਲ ਨਾ ਤਮਾਏ। ਉਹਨੂੰ, ਰੱਬ ਨੂੰ, ਪਰਮੇਸ਼ਰ ਨੂੰ ਕੋਈ ਤਮਾ ਨਹੀਂ ਹੈ। ਇਹ ਨਹੀਂ ਵੀ ਤੇਰੇ ਕੋ ਆਸ ਨਹੀਂ ਰੱਖਦਾ ਕਿ ਮੇਰੀ ਤੂੰ ਸਿਫਤੋ ਸਲਾਹ ਕਰ, ਇਹ ਤੈਨੂੰ ਲੋੜ ਵਾ। ਇਹ ਨਹੀਂ ਕਿ ਰੱਬ ਨੂੰ ਲੋੜ ਆ ਵੀ ਰੱਬ ਦਾ ਨਾਂ ਜਪਿਆ ਜਾਵੇ, ਨਹੀਂ ਨਹੀਂ, ਲੋੜ ਸਾਨੂੰ ਆ, ਉਹਨੂੰ ਕੋਈ ਲੋੜ ਨਹੀਂ। ਜਪੋ ਨਾ ਜਪੋ, ਉਠੋ ਨਾ ਉਠੋ, ਕੋਈ ਲੋੜ ਨਹੀਂ ਉਹਨੂੰ। ਉਹ ਬੇਪਰਵਾਹ ਵਾ, ਉਹ ਲਾਪਰਵਾਹ ਵਾ, ਬੇਪਰਵਾਹ ਵਾ। ਤੇ ਮਹਾਰਾਜ ਕਹਿੰਦੇ ਨਾ ਭਾਈ, ਉੱਥੋਂ ਜਿੱਥੋਂ ਆਪਾਂ ਗੱਲ ਆਰੰਭ ਕੀਤੀ ਸੀ ਉੱਥੇ ਹੁਣ ਸਮਾਪਤੀ ਕਰੀਏ ਕਿ ਸਤਿਗੁਰ ਬਾਝੋਂ ਅੰਧ ਅੰਧਾਰ, ਥਿੱਤੀ ਵਾਰ ਸੇਵੇ ਮੁਕਤ ਗਵਾਰ। ਮਹਾਰਾਜ ਕਹਿੰਦੇ ਜਿਹੜਾ ਸੰਗਰਾਂਦ ਮੰਨਦਾ ਉਹ ਮੂਰਖ ਹੈ। ਇਹ ਬਾਣੀ ਆ, ਮੇਰੀ ਆਪਣੀ ਤੁਕ ਨਹੀਂ ਹੈ। ਮਹਾਰਾਜ ਕਹਿੰਦਾ ਜਿਹੜਾ ਸੰਗਰਾਂਦ ਵਾਲੇ ਦਿਨ ਨੂੰ ਕਹਿੰਦਾ ਪਵਿੱਤਰ ਦਿਹਾੜਾ, ਅਤੇ ਅੱਜ ਸੰਗਰਾਂਦ ਵਾ ਅਤੇ ਅੱਜ ਦੇਗ ਤਿਆਰ ਹੋਣੀ ਆ, ਉਹਨੂੰ ਮਹਾਰਾਜ ਦੀ ਬਾਣੀ ਮੂਰਖ ਮੰਨਦੀ ਹੈ। ਸਤਿਗੁਰ ਬਾਝੋਂ ਅੰਧ ਅੰਧਾਰ, ਥਿੱਤੀ ਵਾਰ ਸੇਵੇ ਮੁਕਤ ਗਵਾਰ। ਅਤੇ ਅਸੀਂ ਥਿੱਤਾਂ ਵਾਰਾਂ ਦੀ ਪੂਜਾ ਨਹੀਂ ਕਰਨੀ ਭਾਈ, ਦੁਨੀਆ ਕਰੇ, ਸਿੱਖ ਕਿਉਂ ਕਰੇ? ਮੈਂ ਅੱਗੇ ਕਹਿ ਦਿਆਂ ਸੀ ਵੀ ਕੱਲ੍ਹ ਵੀਰਵਾਰ ਸੀ ਅਤੇ ਕਬਰਾਂ 'ਤੇ ਲੋਕ ਤੇਲ ਪਾਉਂਦੇ ਫਿਰਦੇ ਸੀ ਸਿੱਖ, ਅਤੇ ਅੱਜ ਗੁਰਦੁਆਰਿਓਂ ਕੜਾਹ ਖਾਂਦੇ ਫਿਰਦੇ। ਅੱਜ ਵੀ ਉੱਥੇ ਜਾ ਕੇ ਫੁੱਲੀਆਂ ਖਾਂਦੇ। ਅੱਜ ਗੁਰਦੁਆਰੇ ਕੀ ਲੈਣ ਆਏ ਹੋ ਤੁਸੀਂ? ਅੱਜ ਕੜਾਹ ਖਾਣ ਆਏ ਹੋ? ਇਹ ਗੁਰਦੁਆਰੇ ਕੜਾਹ ਖਾਣ ਵਾਸਤੇ ਰੱਖੇ ਹੋਏ ਨੇ? ਨਾ 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 ਭਾਈ, ਚਲੋ ਕੜਾਹ ਖਾਣਾ ਮਾੜੀ ਗੱਲ ਨਹੀਂ ਆ, ਕੜਾਹ ਵੀ ਖਾਓ, ਚੰਗੀ ਗੱਲ ਆ, ਪਰ ਇੱਥੇ ਕੋਈ ਰੋਜ਼ ਵਿਆਹ ਵੀ ਕਰੋ ਨਾ ਜਿਹਦੇ ਕੋਲ ਕੜਾਹ ਖਾਂਦੇ ਹੋ ਆਣ ਕੇ। ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਜਾਰਵੇ ਨਿਤ ਸੁਖ ਸਖੇਂਦੀ ਸਾਹ ਮੈਂ ਪਾਈ, ਵਰ ਲੋੜੀਂਦਾ ਆਇਆ ਵਜੀ ਵਧਾਈ, ਮਹਾ ਮੰਗਲ ਰਹਿ ਸਥਿਆ, ਪਿਰ ਦਿਆਲ ਸਦ ਨਾ ਵਰੰਗੀਆ।
ਤੇ ਮਹਾਰਾਜ ਕਿਰਪਾ ਕਰਨ। ਅਸੀਂ ਵੀ ਗੁਰੂ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਬਾਬਾ ਲੱਗਣ ਗਣਾਏ, ਸਾਨੂੰ ਵੀ ਕੋਈ ਆਤਮਾ ਦੇ ਨਾਲ ਮਿਲਣ ਹੋਵੇ, ਅਸੀਂ ਵੀ ਕੋਈ ਰੱਬ ਨੂੰ ਮਿਲ ਸਕੀਏ। ਇਹ ਗੁਰਦੁਆਰੇ ਇਸ ਕਰਕੇ ਸੀ ਭਾਈ, ਇੱਥੇ ਬਹਿ ਕੇ ਰੱਬ ਦਾ ਨਾਮ ਜਪੋ ਤੇ ਆਪਣੇ ਵਰ ਦੀ ਪ੍ਰਾਪਤੀ ਕਰੋ, ਖਸਮ ਨੂੰ ਮਿਲੋ। ਉਹ ਤਾਂ ਅਸੀਂ ਕੀਤਾ ਨਹੀਂ। ਜਾਂ ਤਾਂ ਅਸੀਂ ਗੁਰਦੁਆਰੇ 'ਚ ਲੜਦੇ ਹਾਂ, ਕਮੇਟੀਆਂ ਬਣਾਉਂਦੇ ਹਾਂ, ਪ੍ਰਧਾਨ ਬਦਲਦੇ ਹਾਂ, ਗ੍ਰੰਥੀ ਬਦਲਦੇ ਹਾਂ, ਆਹ ਕੁਛ ਰਹਿ ਗਿਆ ਗੁਰਦੁਆਰੇ। ਆਏ ਸੰਗਰਾਂਦ 'ਤੇ ਆਇਓ ਜੀ, ਸਾਰੇ ਆਇਓ, ਐਰਕੀ ਪ੍ਰਧਾਨ ਬਦਲ ਦੇਣਾ ਅਸੀਂ, ਲਓ। ਇਹ ਜਪਣ ਵਾਸਤੇ, ਗੁਰਦੁਆਰੇ ਲੜਨ ਵਾਸਤੇ ਨਹੀਂ ਸੀ ਬਣਾਏ, ਪਰ ਅਸੀਂ ਲੜਦੇ ਹਾਂ ਗੁਰਦੁਆਰਿਆਂ 'ਚ ਬੈਠ ਕੇ। ਇਹ ਇੱਕ ਤਾਂ ਅਸੀਂ ਕੈਲੰਡਰ ਦੇ ਨਾਂ 'ਤੇ ਲੜਦੇ ਹਾਂ ਵੀ ਸੰਗਰਾਂਦ 'ਤੇ ਇੱਦਾਂ ਲਿਖੀ ਆ ਅਤੇ ਸੰਗਰਾਂਦ ਇੱਦਾਂ ਬਣਾਉਣੀ ਹੈ। ਨਾ 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 ਭਾਈ, ਮਹਾਰਾਜ ਨੇ ਕਿਹਾ ਕਿ ਮੈਂ ਬੱਧੀ ਸੱਚ ਧਰਮਸਾਲ ਹੈ। ਗੁਰੂ ਅਰਜਨ ਦੇਵ ਕਹਿੰਦੇ ਆ, ਇਹ ਜਿਹੜੇ ਗੁਰਦੁਆਰੇ ਅਸੀਂ ਬਣਾਏ ਆ ਨਾ, ਇਹ ਕਾਹਦੇ ਵਾਸਤੇ ਆ? ਸੰਗਰਾਂਦਾਂ ਬਣਾਉਣ ਵਾਸਤੇ ਨਹੀਂ ਹੈ, ਮਨਾਉਣ ਵਾਸਤੇ ਨਹੀਂ ਹੈ, ਇਹ ਲੜਨ ਵਾਸਤੇ ਨਹੀਂ ਹੈ, ਇੱਥੇ ਪ੍ਰਧਾਨਗੀਆਂ ਚਮਕਾਉਣ ਵਾਸਤੇ ਨਹੀਂ ਹੈ। ਮੈਂ ਬੱਧੀ ਸੱਚ ਧਰਮਸਾਲ ਹੈ, ਤੇ ਕਾਹਦੇ ਵਾਸਤੇ? ਗੁਰਸਿੱਖਾਂ ਲੈਂਦਾ ਭਾਲ ਕੇ, ਮੈਂ ਲੱਭ ਕੇ ਗੁਰਸਿੱਖਾਂ ਨੂੰ ਇਹਦੀ ਧਰਮਸ਼ਾਲਾ ਵਿੱਚ ਬਿਠਾਉਣਾ ਚਾਹੁੰਦਾ ਹੈ। ਇਹ ਸਿੱਖੋ, ਇਹ ਧਰਮ ਦਾ ਕੇਂਦਰ ਹੈ, ਇੱਥੋਂ ਕੁਝ ਸਿੱਖੋ ਗੁਰਦੁਆਰਿਆਂ 'ਚੋਂ। ਇੱਥੇ ਬਿਹਾਰ ਦੇ ਵਿੱਚ ਇੱਕ ਪਿੰਡ ਵਾ, ਉਸ ਪਿੰਡ ਬਿਹਾਰ ਜਿਹੜਾ ਜਿੱਥੋਂ ਬਈਏ ਬੂਏ ਆਉਂਦੇ ਯੂਪੀ 'ਚ, ਉੱਥੇ ਇੱਕ ਪਿੰਡ ਵਾ, ਅਤੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਵਾ। ਸਿੱਖਾਂ ਦੀ ਉੱਥੇ ਵਸੋਂ ਬੜੀ ਘੱਟ ਆ, ਪਰ ਉਹ ਪਿੰਡ ਸਾਰਾ ਸਿੱਖਾਂ ਦਾ। ਉਸ ਪਿੰਡ ਦੇ ਵਿੱਚ 40 ਬੀਬੀਆਂ ਵਾ, ਜਿਹੜਾ ਗ੍ਰੰਥੀ ਗੁਰਦੁਆਰੇ ਨੂੰ ਸਾਂਭਦੀਆਂ। 40 ਬੀਬੀਆਂ, 3 ਜਾਣੀਆਂ ਦੀ ਡਿਊਟੀ ਲਾਈ ਉਹਨਾਂ ਨੇ। 3 ਜਾਣੀਆਂ ਨੇ ਸਵੇਰੇ ਆ ਜਾਣਾ, ਨਿਤਨੇਮ ਕਰਨਾ, ਸੁਖਮਨੀ ਸਾਹਿਬ ਦਾ ਪਾਠ ਕਰਨਾ, ਦੇਗ ਤਿਆਰ ਕਰਨੀ, ਅਤੇ ਸਾਰੀ ਦਿਹਾੜੀ ਉਹਨਾਂ 3 ਜਾਣੀਆਂ ਨੇ ਗੁਰਦੁਆਰੇ ਰਹਿਣਾ, ਸਾਂਭ ਸੰਭਾਲ ਕਰਨੀ, ਸੇਵਾ ਕਰਨੀ। ਅਗਲੇ ਦਿਨ ਦੂਸਰੀਆਂ 3 ਆਉਣੀਆਂ। 40 ਬੀਬੀਆਂ ਨੇ ਅਤੇ 40 ਜਾਣੀਆਂ ਉਹ ਪਾਠ ਕਰ ਲੈਂਦੀਆਂ ਨੇ। ਇਹ ਗੁਰਦੁਆਰੇ ਇਸ ਕਰਕੇ ਬਣੇ ਸੀ, ਇੱਥੇ ਬਹੁ, ਇੱਥੇ ਗ੍ਰੰਥੀ ਰਾਹਤਾ ਜਿਹੜਾ ਪਿੰਡ ਦਾ ਸਭ ਤੋਂ ਟੁੱਟਾ ਜਿਹਾ ਅਤੇ ਨਿਕੰਮਾ ਜਿਹਾ ਬੰਦਾ, ਅਤੇ ਆਪ ਅਸੀਂ ਗੁਰਦੁਆਰੇ 'ਚ ਵੜਦੇ ਹੀ ਨਹੀਂ। ਉਹ 40 ਬੀਬੀਆਂ ਮਹੱਲੇ ਦੀਆਂ ਗੁਰਦੁਆਰੇ ਨੂੰ ਸਾਂਭਦੀਆਂ, ਉੱਥੇ ਗ੍ਰੰਥੀ ਨਹੀਂ ਰੱਖਿਆ ਉਹਨਾਂ ਨੇ। 3 ਜਾਣੀਆਂ ਰੋਜ਼ ਸਵੇਰੇ ਆ ਜਾਂਦੀਆਂ ਅੰਮ੍ਰਿਤ ਵੇਲੇ, ਅਗਲੇ ਦਿਨ ਦੂਸਰੀਆਂ 3 ਜਾਣੀਆਂ ਆਉਣਗੀਆਂ, ਅਗਲੇ ਦਿਨ ਉਸ ਤੋਂ ਤੀਸਰੀਆਂ 3 ਜਾਣੀਆਂ ਆਉਣਗੀਆਂ, ਅਤੇ ਸਾਰੀ ਦਿਹਾੜੀ ਉੱਥੇ ਰਹਿਣਾ। ਦੁਪਹਿਰੇ ਸਾਂਭ ਸੰਭਾਲ ਕਰਨੀ, ਸ਼ਾਮੀ ਫਿਰ ਸੁਖਮਨੀ ਸਾਹਿਬ ਦਾ ਪਾਠ, ਸਿਮਰਨ ਕੀਰਤਨ, ਰਹਿ ਰਾਸ, ਫਿਰ ਸੰਗਤ ਆਉਣੀ, ਰਹਿ ਰਾਸ ਤੋਂ ਬਾਅਦ ਫਿਰ ਸਿਮਰਨ ਕਰਾਉਣਾ। ਇਹ ਆ ਗੁਰਦੁਆਰੇ, ਇਹ ਆ ਮਜ਼ਾ ਗੁਰਦੁਆਰਾ ਬਣਾਉਣ ਦਾ। ਗ੍ਰੰਥੀ ਨਾ ਰੱਖੋ, ਕਮੇਟੀਆਂ ਬਣਾਓ 3 ਬੰਦਿਆਂ ਦੀਆਂ, ਵੀ ਹਰ ਰੋਜ਼ 3 ਬੰਦੇ ਗੁਰਦੁਆਰੇ ਨੂੰ ਸਾਂਭਣਗੇ। ਉਹਨਾਂ ਦੀ ਡਿਊਟੀ ਲਾਓ, ਬੀਬੀਆਂ ਦੀ ਲਾਓ, ਬੱਚੀਆਂ ਦੀ ਲਾਓ, ਬੰਦਿਆਂ ਦੀ ਲਾਓ, ਅਤੇ ਅਸੀਂ ਗ੍ਰੰਥੀ ਬਣਾ ਕੇ ਅਤੇ ਅਸੀਂ ਫਾਰਗ ਹੋ ਗਏ। ਅਤੇ ਮਹੀਨੇ ਬਾਅਦ ਸਾਨੂੰ ਚੇਤਾ ਆ ਜਾਂਦਾ ਵੀ ਅੱਜ ਤਾਂ ਦੇਗ ਬਣਨੀ ਆ, ਅਤੇ ਦੇਗ ਖਾਣ ਜਾਵਾਂਗੇ ਭਾਈ। ਜਾਂ ਲੜਨ ਜਾਵਾਂਗੇ ਗੁਰਦੁਆਰੇ, ਜਾਂ ਫਿਰ ਦੇਗ ਖਾਣ ਜਾਵਾਂਗੇ। ਨਾ ਨਾ ਨਾ, ਇਹ ਗੁਰਦੁਆਰੇ ਦੇਗ ਖਾਣ ਵਾਸਤੇ ਨਹੀਂ ਭਾਈ। ਇੱਥੋਂ ਕੋ ਸੇਧ ਲਓ, ਇੱਥੋਂ ਕੋ ਸਿੱਖਿਆ ਲਓ। ਇੱਥੇ ਬੈਠੇ ਗੁਰੂ ਜਪੋ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਹਾਂਜੀ, ਗੁਰਦੁਆਰੇ ਲਾਏ ਭਾਵਣੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ, ਤੇ ਫਲ ਗੁਣ ਆਨੰਦ ਉਪਾਰਜਨਾ ਅਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਮਹਾਰਾਜ ਕਹਿੰਦੇ ਫੱਗਣ ਦਾ ਮਹੀਨਾ ਕਿਆ ਆਨੰਦ ਬੱਝਾ, ਤੇ ਕਿਸ ਤਰ੍ਹਾਂ ਬੱਝਾ? ਸੰਗਤ ਵਿੱਚ ਬੈਠ ਕੇ ਰੱਬ ਜਪਿਆ ਤੇ ਆਨੰਦ ਮਿਲ ਗਿਆ ਭਾਈ, ਜ਼ਿੰਦਗੀ ਦਾ ਆਨੰਦ ਆ ਗਿਆ। ਇੰਨਾ ਕਹਿੰਦਾ ਦਾਸ ਖੇਮਾਂ ਦਾ ਜਾਚਕ ਹੈ ਭਾਈ। ਅੱਜ ਇੱਛਾ ਤਾਂ ਨਹੀਂ ਕੋਈ ਹੈਗੀ ਕਥਾ ਕਰਨ ਦੀ। ਚੱਲ ਮੈਂ ਕਿਹਾ ਵਿਹਲੇ ਬੈਠੇ ਹਾਂ, ਕੋਈ ਘੜੀ ਲਾ ਹੀ ਲਈਏ। ਉਹ ਮਹਾਰਾਜ ਕਿਰਪਾ ਕਰਨ ਸਾਰਿਆਂ ਉੱਤੇ। ਅਸੀਂ ਗੁਰੂ ਦੀ ਸਾਰ ਨੂੰ ਜਾਣੀਏ ਭਾਈ, ਅਸੀਂ ਗੁਰਦੁਆਰਿਆਂ ਦੀ ਕਦਰ ਕਰੀਏ, ਗੁਰਦੁਆਰੇ ਆਈਏ, ਰੋਜ਼ ਆਈਏ। ਸੰਗਰਾਂਦ ਕੇ ਕਿਉਂ ਆਈਏ? ਸੰਗਰਾਂਦ ਵਾਲੇ ਦਿਨ ਕਿਉਂ ਆਈਏ? ਕੱਲ੍ਹ ਕੀ ਸੀ? ਕੱਲ੍ਹ ਕਿਉਂ ਵੀਰਵਾਰ ਕਿਉਂ ਨਹੀਂ ਆਏ ਤੁਸੀਂ ਗੁਰਦੁਆਰੇ? ਕੱਲ੍ਹ ਨੂੰ ਸ਼ਨੀਵਾਰ ਆਉਣਾ, ਕੱਲ੍ਹ ਕਿਉਂ ਨਹੀਂ ਤੁਸੀਂ ਆਉਣਾ ਗੁਰਦੁਆਰੇ? ਅੱਜ ਕਿਉਂ ਆਏ ਹੋ ਤੁਸੀਂ?
ਅੱਜ ਕੀ ਗੱਲ ਸੀ? ਅੱਜ ਕੀ ਤੁਹਾਡੀ ਮਜਬੂਰੀ ਸੀ ਤੁਸੀਂ ਗੁਰਦੁਆਰੇ ਆਏ ਹੋ? ਅੱਜ ਕੜਾਹ ਖਾਣ ਆਏ ਹੋ? ਤੇ ਕੜਾਹ ਕੱਲ੍ਹ ਨੂੰ ਬਣਾ ਲਾਂਗੇ, ਤੁਸੀਂ ਆ ਜਾਓ, ਪਰ ਕੱਲ੍ਹ ਨੂੰ ਨਹੀਂ ਆਉਣਾ ਲੋਕਾਂ ਨੇ। ਕਿਉਂ? ਕੱਲ੍ਹ ਸੰਗਰਾਂਦ ਨਹੀਂ ਹੈ, ਅੱਜ ਤੇ ਸੰਗਰਾਂਦ ਸੀ ਭਾਈ। ਕੱਲ੍ਹ ਕਿਉਂ ਆਈਏ? ਕਿਹੜੇ ਵਹਿਮ ਭਰਮ 'ਚ ਅਸੀਂ ਜੀ ਰਹੇ ਹਾਂ ਭਾਈ। ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਜਿੱਥੇ ਹੁਣ ਵਿਚਾਰਾਂ ਦੀ ਸਮਾਪਤੀ ਹੈ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।